ਸਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਰੂ ਦੀ ਵਾਰ ਵਿੱਚ ਇਹ 11ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਇੱਕ ਬੇਣੀ ਨਾਮੇ ਪੰਡਤ ਸਤਿਗੁਰਾਂ ਦੇ ਪਾਸ ਆਇਆ ਅਤੇ ਨਮਸਕਾਰ ਕਰਕੇ ਉਹਨੇ ਕਿਹਾ ਕਿ ਮਹਾਰਾਜ ਜੀ, ਤੁਸੀਂ ਸਿੱਖਾਂ ਨੂੰ ਕੁਝ ਵਿਦਿਆ ਜਾਂ ਜੋਤਿਸ਼ ਆਦਿਕ ਵੀ ਸਿਖਾਇਆ ਕਰੋ। ਇਹ ਸੁਣ ਕੇ ਸਤਿਗੁਰੂ ਜੀ ਨੇ ਉਹਦੇ ਪਰਥਾਏ ਇਹ ਸ਼ਬਦ ਉਚਾਰਨ ਕਰਕੇ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪੰਡਤਾ ਜੋਤ ਕੀ ਇਹ ਭਾਈ, ਜੇਕਰ ਵਿਦਵਾਨ ਅਤੇ ਜੋਤਸ਼ੀ ਹੋ ਜਾਈਏ, ਵੇਦ ਪੜਾ ਮੁਖ ਚਾਰ ਅਤੇ ਮੂੰਹ ਕੰਠ ਹੀ ਚਾਰੇ ਵੇਦਾਂ ਨੂੰ ਪੜ੍ਹਨਾ ਕਰੀਏ। ਖੰਡ ਮੱਤੇ ਪੂਜੀਆ ਸੋ 9 ਖੰਡਾਂ ਦੇ ਵਿੱਚ ਬੂਝੇ ਜਾਈਏ। ਆਪਣੇ ਚੱਜ ਵਿਚਾਰ ਆਪ ਦੇ ਕਰਤੱਵਾਂ ਦੇ ਵਿਚਾਰ ਕਰਕੇ 9 ਖੰਡਾਂ ਦੇ ਵਿੱਚ ਬੂਝੇ ਜਾਈਏ। ਮਤ ਸੱਚਾ ਅੱਖਰ ਭੁੱਲ ਜਾਏ। ਇਹ ਭਾਈ, ਇਹਨਾਂ ਕੰਮਾਂ ਵਿੱਚ ਲੱਗੀਆਂ ਮਤਾਂ ਅੰਗ ਦੇ ਸੱਚਾ ਨਾਮ ਰੂਪੀ ਅੱਖਰ ਭੁੱਲ ਜਾਵੇ। ਚੌਕੈ ਪਿਟੈ ਨਾ ਕੋਏ, ਜਿਸ ਕਰਕੇ ਮੇਰੇ ਹਿਰਦੇ ਰੂਪ ਚੌਂਕੇ ਵਿੱਚ ਕੋਈ ਸ਼ੁਭ ਗੁਣ ਪ੍ਰਵੇਸ਼ ਨਾ ਹੋਵੇ। ਭਾਵ, ਜੇਕਰ ਸੱਚਾ ਨਾਮ ਚੇਤੇ ਰਹੇਗਾ ਤਾਂ ਕੋਈ ਵੀ ਔਗਣ ਅੰਦਰ ਪ੍ਰਵੇਸ਼ ਨਹੀਂ ਕਰ ਸਕੇਗਾ। ਝੂਠੇ ਚੌਕੇ ਨਾਨਕਾ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਬਾਹਰਲੇ ਚੌਂਕੇ ਆਦਿਕ ਲਕੀਰਾਂ ਕੱਢ ਕੇ ਸੋਚੇ ਰੱਖਣੇ ਸਭ ਝੂਠੇ ਨੇ। ਇਸੇ ਪ੍ਰਕਾਰ ਝੂਠੇ ਚੌਕੇ ਨਾਨਕਾ, ਕਾਮ ਕ੍ਰੋਧ ਵਾਲੀ ਅੰਤਕਰਨ ਰੂਪ ਚੌਂਕੇ ਝੂਠੇ ਹਨ। ਸੱਚਾ ਏਕੋ ਸੋਏ, ਉਹ ਅਦਵੈਤ ਸਰੂਪ ਪਰਮੇਸ਼ਰ ਇੱਕੋ ਇੱਕ ਕੇਵਲ ਵਾਹਿਗੁਰੂ ਹੀ ਸੱਚਾ ਹੈ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ। ਆਪੇ ਉਪਾਏ ਕਰੀ ਆਪਾ, ਉਹ ਪਰਮਾਤਮਾ ਆਪ ਹੀ ਪੰਜਾਂ ਤੱਤਾਂ ਨੂੰ ਪੈਦਾ ਕਰਦਾ ਹੈ। ਆਪੇ ਨਦਰ ਕਰੇ, ਆਪ ਹੀ ਚਾਰੇ ਖਾਣੀਆਂ ਦੇ ਜੀਵ ਪੈਦਾ ਕਰਦਾ ਹੈ ਅਤੇ ਆਪ ਹੀ ਜੀਵਨ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰਦਾ ਹੈ। ਆਪੇ ਦੇ ਵਡਿਆਈਆਂ, ਬ੍ਰਹਮ ਗਿਆਨ ਆਪਣੇ ਸਰੂਪ ਵਿੱਚ ਅਭੇਦ ਕਰਨ ਨੂੰ ਵਡਿਆਈਆਂ ਪਰਮਾਤਮਾ ਆਪ ਹੀ ਦੇਣਾ ਕਰਦਾ ਹੈ। ਕਹੋ ਨਾਨਕ ਸੱਚਾ ਸੋਏ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਸੱਚਾ ਪਰਮਾਤਮਾ ਆਪ ਹੀ ਵਡਿਆਈਆਂ ਦਿੰਦਾ ਹੈ। ਕਰਤੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਪੌੜੀ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ। ਕੰਟਕ ਕਾਲ ਏਕ ਹੈ, ਇੱਕ ਕਾਲ ਹੀ ਐਸਾ ਦੁਖਦਾਈ ਹੈ ਕਿ ਹੋਰ ਕੰਟਕੋ ਨਾ ਸੂਝੈ। ਜਿਸ ਵਰਗਾ ਕੋਈ ਹੋਰ ਦੁਖਦਾਈ ਦਿਖਦਾ ਨਹੀਂ ਹੈ। ਅਵਰਿਓ ਜਗ ਮਹਿ ਵਰਤਦਾ, ਇਹ ਕਾਲ ਹੰਕਾਰ ਨਾਲ ਆਫਰਿਆ ਹੋਇਆ ਅਮੋੜ ਹੀ ਜਗਤ ਵਿੱਚ ਵਿਚਰਦਾ ਚੱਲਦਾ ਹੈ। ਪਾਪੀ ਸੋਂ ਲੂਜੈ, ਅਤੇ ਪਾਪੀ ਮੰਦ ਕਰਮੀਆਂ ਦੇ ਨਾਲ ਝਗੜਦਾ ਹੈ। ਪਾਪੀਆਂ ਨੂੰ ਬੁਰੀ ਤਰ੍ਹਾਂ ਮਾਰਦਾ ਹੈ।
ਗੁਰ ਸਬਦੀ ਹਰ ਭੇਟੀਐ। ਗੁਰਾਂ ਦੇ ਉਪਦੇਸ਼ ਨਾਲ ਪਰਮੇਸ਼ਰ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਮਿੰਨ ਲਈਏ। ਹਰ ਜਪ ਹਰ ਬੂਝੈ। ਅਤੇ ਹਰੀ ਪਰਮੇਸ਼ਰ ਦਾ ਨਾਮ ਜਪ ਕਰਕੇ ਹਰੀ ਪਰਮੇਸ਼ਰ ਨੂੰ ਬੁੱਝਣਾ ਕਰੀਏ। ਸੋ ਹਰ ਸਰਨਾਈ ਛੁਟੀਐ। ਇਉਂ ਪ੍ਰਭੂ ਨੂੰ ਬੁੱਝ ਕੇ ਸੋ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕੇ ਕਾਲ ਦੇ ਭੈ ਤੋਂ ਛੁੱਟ ਜਾਈਦਾ ਹੈ। ਜੋ ਮਨ ਸੋਂ ਜੂਝੈ। ਜਿਹੜਾ ਮਨੁੱਖ ਆਪਣੇ ਮਨ ਦੇ ਨਾਲ ਜੂਝਦਾ ਹੈ, ਮਨ ਸਿਉਂ ਜੂਝ ਮਰੈ ਪ੍ਰਭ ਪਾਏ। ਜਿਹੜਾ ਮਨ ਦੇ ਨਾਲ ਜੂਝ ਕੇ ਮਰਦਾ ਹੈ, ਮਨ ਨੂੰ ਮਾਰਦਾ, ਉਹੀ ਪ੍ਰਭੂ ਨੂੰ ਪਾਉਂਦਾ ਹੈ। ਇਉਂ ਪਰਮੇਸ਼ਰ ਦੀ ਸ਼ਰਨ 'ਚ ਪੈ ਕੇ ਕਾਲ ਦੇ ਭੈ ਤੋਂ ਛੁੱਟ ਗਿਆ ਹੈ। ਮਨ ਵਿਚਾਰ ਹਰ ਜਪ ਕਰੇ। ਜੋ ਮਨੁੱਖ ਆਪਣੇ ਮਨ ਹਿਰਦੇ ਵਿੱਚ ਵਿਚਾਰ ਕਰਕੇ ਹਰੀ ਪਰਮੇਸ਼ਰ ਦੇ ਨਾਮ ਦਾ ਜਾਪ ਕਰਦਾ ਹੈ, ਹਰ ਦਰਗਹ ਸੀਜੈ। ਉਹ ਹਰੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਸ਼ਲੋਕ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਇਹ ਮਾਰੂ ਦੀ ਵਾਰ ਦਾ 12ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਹੁਕਮ ਰਜਾਈ ਸਾਗਤੀ। ਜੋ ਸੰਸਾਰ ਵਿੱਚ ਹੁਕਮਰਾਨ ਹੋ ਕਰਕੇ ਹੁਕਮ ਕਰਦਾ ਹੈ, ਉਸ ਉੱਪਰ ਪਰਮੇਸ਼ਰ ਦੀ ਸਖਤੀ ਹੁੰਦੀ ਹੈ। ਦਰਗਹ ਸੱਚ ਕਬੂਲ। ਪਰਮੇਸ਼ਰ ਦੀ ਦਰਗਾਹ ਵਿੱਚ ਤਾਂ ਸੱਚਾ ਪੁਰਖ ਹੀ ਕਬੂਲਿਆ ਜਾਂਦਾ, ਪ੍ਰਮਾਣਿਤ ਹੁੰਦਾ ਹੈ। ਸਾਹਿਬ ਲੇਖਾ ਮੰਗਸੇ। ਹੇ ਭਾਈ ਮਾਲਕ ਪਰਮੇਸ਼ਰ ਤੇਰੇ ਪਾਸੋਂ ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਮੰਗੇਗਾ। ਦੁਨੀਆ ਦੇਖਣਾ ਭੂਲ। ਇਸ ਲਈ ਮਾਇਆ ਵੇਖਣਾ ਭੁੱਲ, ਤੂੰ ਮਨਮੁਖ ਮੂਰਖਾ। ਇਹ ਮਨਮੁਖ ਮੂਰਖਾ, ਤੂੰ ਇਹ ਮਾਇਆ ਨੂੰ ਵੇਖ ਕੇ ਕਦੀ ਵੀ ਨਾ ਭੁੱਲ। ਇਹ ਜਿਹੜੀ ਦੁਨੀਆ, ਇਹ ਜਿਹੜੀ ਮਾਇਆ ਹੈ, ਇਹ ਜਿਹੜਾ ਸੰਸਾਰ ਹੈ, ਸੋ ਇਹ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਆਪਣੇ ਸਰੂਪ ਤੋਂ ਕਦੀ ਵੀ ਤੂੰ ਨਾ ਭੁੱਲ। ਦਿਲ ਦਰਵਾਨੀ ਜੋ ਕਰੇ। ਜੋ ਮਨੁੱਖ ਦਿਲ ਦੀ ਦਰਮਾਨਚੀ ਕਰਦਾ ਹੈ, ਭਾਵ ਜਿਵੇਂ ਚੌਂਕੀਦਾਰ ਪਹਿਰਾ ਦਿੰਦਾ ਹੈ, ਇਉਂ ਆਪਣੇ ਮਨ ਉੱਪਰ ਜੋ ਪਹਿਰਾ ਦਿੰਦਾ ਹੈ। ਦਰਵੇਸੀ ਦਿਲ ਰਾਸ। ਉਸ ਸੱਚੇ ਮਨ ਵਾਲੇ ਦੀ ਹੀ ਅਸਲੀ ਫਕੀਰੀ ਹੈ। ਸੋ ਫਕੀਰ ਬਣਨਾ ਬੜਾ ਔਖਾ ਹੈ। ਆਪਾਂ ਦੂਜਿਆਂ ਦਾ ਪਹਿਰਾ ਤਾਂ ਲਾਉਂਦੇ ਹਾਂ ਕਿ ਫਲਾਣਾ ਕੀ ਕਰਦਾ, ਟਿਮਕੜਾ ਕੀ ਕਰਦਾ, ਕਿਤੇ ਆ ਨਾ ਹੋ ਜਾਏ, ਉਹ ਨਾ ਹੋ ਜਾਏ, ਪਰ ਆਪਦੇ ਮਨ ਦਾ ਪਤਾ ਹੀ ਨਹੀਂ ਵੀ ਮਨ 'ਚ ਕੀ ਵਿਗਾੜ ਹੋ ਰਿਹਾ। ਜਿਹੜਾ ਕਾਮ ਦਾ ਫੁਰਨਾ ਹੈ ਉਹ ਮਨ ਨੂੰ ਗੰਧਲਾ ਕਰੀ ਜਾ ਰਿਹਾ, ਕ੍ਰੋਧ ਮਨ ਨੂੰ ਵਿਗਾੜੀ ਜਾ ਰਿਹਾ ਹੈ, ਲਾਲਚੀ ਹੋ ਕੇ ਮਨ ਜਿਹੜਾ ਹੈ ਬੁਰੇ ਪਾਸੇ ਨੂੰ ਦੌੜ ਰਿਹਾ। ਆਪਦੇ ਘਰ ਦਾ ਪਤਾ ਹੀ ਨਹੀਂ ਅਤੇ ਗੁਆਂਢੀਆਂ ਦੇ ਘਰ ਦਾ ਆਪਾਂ ਖਿਆਲ ਰੱਖਦੇ ਹਾਂ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਮਨ ਦੇ ਉੱਪਰ ਪਹਿਰਾ ਦੇਣ ਵਾਲਾ ਕੋਈ ਵਿਰਲਾ ਹੀ ਫਕੀਰ ਹੈ। ਫਰੀਦਾ ਦਰ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਇੱਕ ਨ ਕਿਨ ਚਾਲੀਏ ਦਰਵੇਸ਼ਾ ਵੀ ਰੀਤ। ਦਰਵੇਸ਼ਾਂ ਵਾਲੀ ਰੀਤੀ ਇੱਕ ਅੱਧਾ ਵਿਰਲਾ ਹੀ ਮਹਾਂਪੁਰਖ ਚੱਲਦਾ ਹੈ। ਜਗ ਮੈਂ ਉਤਮ ਕਾਢੀਆ ਹੈ ਵਿਰਲੇ ਕੇ ਜੋ ਆਪਦੇ ਮਨ ਦੇ ਉੱਪਰ ਸਖਤ ਪਹਿਰਾ ਰੱਖਦਾ ਹੈ। ਇਸ ਕਮਹਾਪਤ ਨਾਨਕਾ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਜਿਹੜੇ ਬਗਾਨੀਆਂ ਜਨਾਨੀਆਂ ਨਾਲ ਇਸ਼ਕਾਂ ਲਾਉਂਦੇ ਨੇ, ਮੁਹੱਬਤਾਂ ਕਰਦੇ ਹਨ, ਲੇਖਾ ਕਰਤੇ ਪਾਸ। ਕਰਤਾ ਅਕਾਲ ਪੁਰਖ ਉਹਨਾਂ ਨੂੰ ਧਰਮ ਰਾਜੇ ਪਾਸ ਭੇਜੇਗਾ।
ਵੀ ਤੁਸੀਂ ਵੇਖੋ ਕਈਆਂ ਦੇ ਘਰ ਵਿਗਾੜੇ, ਆਪਦੇ ਘਰ ਭਾਵੇਂ ਮਹਾਰਾਜ ਨੇ ਕਿੰਨਾ ਮਰਜ਼ੀ ਚੰਗਾ ਬਖਸ਼ਿਆ, ਡੰਗਰ ਦਾ ਇਹ ਕੰਮ ਹੈ ਆਪਦੀ ਖੁਰਲੀ ਛੱਡ ਕੇ ਬਗਾਨੀ ਖੁਰਲੀ 'ਚ ਮੂੰਹ ਪਾਉਂਦਾ ਹੈ। ਜਿਹੜਾ ਕਾਂ ਹੈ ਉਹ ਆਪਦੀ ਗੰਦੀ ਚੁੰਝ ਦੁੱਧ ਦਹੀਂ 'ਚ ਮਾਰ ਕੇ ਕਿਸੇ ਦੂਸਰੇ ਹੱਥੋਂ ਵੀ ਗਵਾਉਂਦਾ ਹੈ। ਇਉਂ ਜਿਹੜੇ ਇਸ਼ਕ ਕਰਦੇ ਨੇ, ਮੁਹੱਬਤਾਂ ਲਾਉਂਦੇ ਨੇ ਬਗਾਨੀਆਂ ਜਨਾਨੀਆਂ ਦਾ, ਅਤੇ ਬਗਾਨੇ ਘਰਾਂ 'ਚ ਜਾ ਕੇ ਲੋਕਾਂ ਦੇ ਘਰਾਂ ਨੂੰ ਵਿਗਾੜ ਦਿੰਦੇ ਨੇ, ਮਨ ਵਿੱਚ ਦੁਬਿਧਾ ਪਾ ਦਿੰਦੇ ਨੇ। ਜਿਹੜਾ ਵੀ ਕਿਸੇ ਬੀਬੀ ਦੇ ਪਤੀ ਦੀ ਨਿੰਦਿਆ ਕਰਦਾ, ਸਮਝ ਲਓ ਵੀ ਉਹ ਬੰਦਾ ਖਰਾਬ ਹੈ। ਘਰ ਵਾਲਾ ਕਿਸੇ ਦਾ, ਤੈਨੂੰ ਕੀ ਲੋੜ ਹੈ ਮਾੜਾ ਕਹਿਣ ਦੀ ਬਈ? ਅਤੇ ਇਸ ਵਾਸਤੇ ਅਗਲਾ ਆਪਦੇ ਘਰ ਰਾਜੀ ਰਹੇ। 100 ਗੱਲਬਾਤ ਹੁੰਦੀ ਹੈ, ਸਗੋਂ ਸੁਲ੍ਹਾ ਸਫਾਈ ਕਰਾਉਣੀ ਚਾਹੀਦੀ। ਤੋ ਮਾੜਾ ਕਹਿ ਕੇ ਕਿਸੇ ਦਾ ਮਨ ਤੋੜਨਾ, ਇਹਦੇ ਨਾਲ ਦਾ ਕੋਈ ਵੱਡਾ ਪਾਪ ਨਹੀਂ। ਕਿਸੇ ਨੂੰ ਪ੍ਰੇਮ ਮੁਹੱਬਤ ਦੇ ਨਾਲ ਅਤੇ ਗੁਣ ਕਹਿ ਕੇ ਜੋੜ ਦੇਣਾ, ਇਹਦੇ ਨਾਲ ਦਾ ਕੋਈ ਵੱਡਾ ਪੁੰਨ ਨਹੀਂ ਹੈ। ਧਰਮ ਰਾਜਾ ਉਹਨਾਂ ਨੂੰ ਪੁੱਛੇਗਾ ਕਿ ਤੁਸੀਂ ਆਪ ਦਾ ਚੰਗਾ ਸੋਹਣਾ ਬੜਾ ਘਰ ਛੱਡ ਕੇ ਅਤੇ ਤੁਸੀਂ ਬਗਾਨਿਆਂ ਨਾਲ ਇਸ਼ਕ ਕਿਉਂ ਕੀਤਾ, ਮੁਹੱਬਤ ਕਿਉਂ ਕੀਤੀ? ਪਰਤਰ ਰਾਵਣ ਜਾਹੇ ਸੇਈ ਤਾ ਲਾਜੀਆ ਹੈ। ਜੋ ਪਰਾਏ ਘਰਾਂ ਦੇ ਵਿੱਚ ਵਿਭਚਾਰ ਕਰਨ ਵਾਸਤੇ ਕੰਧਾਂ ਕੋਲੇ ਟੱਪਦੇ ਅੱਧੀ ਦੀ ਰਾਤ ਭਟਕਦੇ ਰਹਿੰਦੇ, ਉਹਨਾਂ ਨੂੰ ਧਰਮ ਰਾਜਾ ਤਤੇ ਤੇਲ ਦੇ ਕੜਾਹਿਆਂ ਦੇ ਵਿੱਚ ਪਕੌੜੇ ਵਾਂਗ ਤਲਦਾ ਹੈ। ਜੀਵ ਆਤਮਾ ਮਰਦੀ ਨਹੀਂ ਹੈ, ਪਰ ਦੁੱਖ ਭੋਗਦੀ ਹੈ। ਤਪਤ ਥੰਮ ਗਲਾਤਿਆ, ਤਤੇ ਥੰਮਾਂ ਦੇ ਨਾਲ ਲਗਾਇਆ ਜਾਂਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਕਿ ਕਰਤਾ ਪੁਰਖ ਨੇ ਉਹਨਾਂ ਦਾ ਲੇਖਾ ਧਰਮ ਰਾਜੇ ਕੋਲ ਭੇਜ ਦਿੱਤਾ ਵੀ ਤੂੰ ਇਹਨਾਂ ਨੂੰ ਦੰਡ ਦੇ, ਪਾਪੀਆਂ ਨੂੰ ਨਾ ਦੇ ਇੱਥੇ ਰਹਿਣ ਚੁਣ ਨਰਕ ਘੋਰ ਚਾਲੀਆਂ। ਜਿਹੜਾ ਧਰਮ ਰਾਜਾ ਹੈ ਉਹਨੂੰ ਵਾਹਿਗੁਰੂ ਨੇ ਹੁਕਮ ਕੀਤਾ ਵੀ ਇਹਨਾਂ ਪਾਪੀਆਂ ਨੂੰ ਟੇਕੇ ਨਹੀਂ ਬੈਠਣ ਦੇਣਾ। ਜਿਹਨੇ ਸੰਸਾਰ ਦੇ ਵਿੱਚ ਖਲਬਲੀ ਮਚਾਈ ਰੱਖੀ, ਹਲਚਲ ਪਾਈ ਰੱਖੀ, ਕਿਸੇ ਦੇ ਘਰ ਨੂੰ ਵਸਣ ਨਹੀਂ ਦਿੱਤਾ, ਤੂੰ ਉਹਨੂੰ ਇੱਥੇ ਪਰਲੋਕ ਦੇ ਵਿੱਚ ਟੇਕੇ ਨਹੀਂ ਬਹਿਣ ਦੇਣਾ। ਆਉਂਦਿਆਂ ਸਾਰੀ ਕੰਨ ਦੇ ਮਾਰ ਕੇ ਇਹਦੀਆਂ ਬਾਜ਼ੀਆਂ ਲਵਾਉਣੀਆਂ ਨੇ, ਚੰਗਾ ਗੋਡਾ ਗਾਡਾ ਵਾਹ ਕੇ ਅਤੇ ਚੁਣ ਕੇ ਨਰਕਾਂ 'ਚ ਭੇਜੀ ਜਾਣੇ ਨੇ ਜਿੰਨੇ ਪਾਪੀ ਹਨ। ਪਾਪੀ ਉਹਨੂੰ ਨਾ ਦੇ ਇੱਥੇ ਰਹਿਣ ਚੋਂ ਨਰਕ ਘੋਰ ਚਾਲਿਆ। ਇਹ ਮਹਾਰਾਜ ਨੇ ਹੁਕਮ ਕੀਤਾ ਹੈ। ਧਰਮ ਰਾਜ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜਾ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਇਸੇ ਪ੍ਰਕਾਰ ਇਸ਼ਕ ਮੁਹੱਬਤ ਨਾਨਕਾ, ਦੁਨੀਆ ਦਾ ਇਸ਼ਕ, ਦੁਨੀਆ ਦੀ ਮੁਹੱਬਤ ਛੱਡ ਕੇ ਜੋ ਗੁਰੂ ਨਾਨਕ ਸਾਹਿਬ ਦੇ ਨਾਲ ਇਸ਼ਕ ਕਰਦੇ ਨੇ, ਭਾਈ ਮਰਦਾਨਾ, ਭਾਈ ਬਾਲਾ ਜੀ ਵਰਗੇ ਗੁਰਮੁਖ, ਸੋ ਗੁਰੂ ਨਾਨਕ ਸਾਹਿਬ ਦੇ ਰਾਹੀਂ ਜਿਨ੍ਹਾਂ ਦੀ ਪ੍ਰਭੂ ਦੇ ਪ੍ਰੇਮ ਦੇ ਵਿੱਚ ਮੁਹੱਬਤ ਪ੍ਰੀਤੀ ਹੈ, ਲੇਖਾ ਕਰਤੇ ਪਾਸ, ਕਰਤਾ ਪੁਰਖ ਉਹਨਾਂ ਦਾ ਲੇਖਾ ਪਾਸ ਹੀ ਕਰਤਾ ਵੀ ਜਾਓ ਤੁਸੀਂ ਪਾਸ ਹੀ ਹੋ। ਧਰਮ ਰਾਏ ਦਰ ਲੇਖਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝ। ਭਾਵ ਉਹਨਾਂ ਦਾ ਸਾਰਾ ਹਿਸਾਬ ਕਿਤਾਬ ਧਰਮ ਰਾਜੇ ਦੀ ਕਚਹਿਰੀ 'ਚ ਨਿਬੜ ਗਿਆ ਹੈ। ਉਹਨਾਂ ਦਾ ਹਿਸਾਬ ਕਿਤਾਬ ਕਰਤਾ ਪੁਰਖ ਨੇ ਪਾਸੇ ਹੀ ਕਰ ਦਿੱਤਾ, ਲਾਂਭੇ ਹੀ ਕਰ ਦਿੱਤਾ ਹੈ। ਕੋਈ ਉਹਨਾਂ ਕੋਲੋਂ ਲੇਖਾ ਪੁੱਛ ਨਹੀਂ ਸਕਦਾ। ਧਰਮ ਰਾਜਾ ਆਦਿਕ ਉਹਨਾਂ ਦਾ ਲੇਖਾ ਜੋਖਾ ਕਰਤੇ ਦੇ ਕੋਲ ਹੋ ਜਾਂਦਾ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਅਲਗਾ ਜੋਏ ਮੰਧੂਕੜਾ, ਜੋਏ ਜੋ ਪੁਰਖ ਭਾਵੇਂ ਮਧੂਕੜੀ ਮੰਗ ਕੇ ਲਿਆਂਦੀ ਰੋਟੀ ਖਾਂਦਾ ਹੈ, ਭਾਵ ਗਜ਼ਾ ਮੰਗ ਕੇ ਲਿਆਂਦਾ, ਡਾਲੀ ਮੰਗ ਕੇ ਲਿਆਂਦੀ ਹੋਈ ਰੋਟੀ ਨੂੰ ਖਾਂਦਾ ਹੈ, ਅਤੇ ਸੰਸਾਰ ਵਿੱਚ ਰਾਗ ਦਵੈਤ ਤੋਂ ਅਲੱਗੋ ਅਲੱਗ ਰਹਿੰਦਾ ਹੈ, ਅਲੱਗੋ ਪਾਠ ਸਹੀ ਹੋਏਗਾ। ਸਾਰੰਗ ਪਾਣ ਸਭਾਏ, ਉਹ ਸਭ ਥਾਵਾਂ ਵਿੱਚ ਸਾਰੰਗ ਨਾਮੀ ਧਨਖ ਨੂੰ ਆਪਣੇ ਹੱਥਾਂ ਵਿੱਚ ਪਕੜਨ ਵਾਲੇ ਪਰਮੇਸ਼ਰ ਨੂੰ ਹੀ ਨਿਸ਼ਚੈ ਕਰਦਾ ਹੈ। ਹੀਰਾ ਹੀਰਾ ਵਿਦਿਆ, ਫਿਰ ਗੁਰਾਂ
ਦੇ ਸ਼ਬਦ ਰੂਪੀ ਹੀਰੇ ਦੁਆਰਾ ਆਪਣਾ ਮਨ ਰੂਪੀ ਹੀਰਾ ਮਿਣ ਲਿਆ ਹੈ। ਨਾਨਕ ਕੰਠ ਸੁਭਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਦੇ ਅੰਤਕਰਨ ਰੂਪੀ ਕੰਠ ਵਿੱਚ ਸ੍ਰੇਸ਼ਟ ਪ੍ਰਕਾਸ਼ ਹੋ ਆਇਆ ਹੈ। ਅਲਗਾ ਜੋਏ ਮੰਧੁਕੜੋ। ਇਸੇ ਤਰ੍ਹਾਂ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ ਕਿ ਉਸ ਪਰਮੇਸ਼ਰ ਨੂੰ ਸਭ ਪਾਪਾ ਪੁੰਨਾਂ ਤੋਂ ਅਲੱਗ ਸੁਤੰਤਰ ਦੇਖਣਾ ਕਰ। ਸਾਰੰਗ ਪਾਣ ਸਭਾਏ। ਉਸ ਦੀ ਪ੍ਰਾਪਤੀ ਆਪਣੇ ਮਧੂ ਮਧੂ ਦੈਂਦ ਵਰਗੇ ਹੰਕਾਰੀ ਮਨ ਨੂੰ ਸਮਦਮ ਸਾਧਨਾਂ ਦੁਆਰਾ ਕੱਢਣਾ ਰੋਕਣਾ ਕਰ। ਜਾਂ ਜਿਵੇਂ ਭੌਰਾ ਫੁੱਲਾਂ ਆਦਿ ਦਾ ਰਸ ਗ੍ਰਹਿਣ ਕਰਦਾ, ਇਹ ਆਪਣੇ ਮਨ ਨੂੰ ਭੌਰਾ ਬਣਾ ਕੇ ਸਾਰੇ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਰੂਪ ਰਸ ਨੂੰ ਗ੍ਰਹਿਣ ਕਰ। ਫਿਰ ਸਾਰ ਅੰਗ ਪਾਣ, ਜੋ ਹੱਥ ਆਦਿਕ ਅੰਗਾਂ ਵਿੱਚ ਸ੍ਰੇਸ਼ਟਤਾ ਦੇਣ ਵਾਲਾ ਪਰਮੇਸ਼ਰ ਹੈ, ਉਸ ਨੂੰ ਸਭ ਥਾਵਾਂ ਦੇ ਵਿੱਚ ਵਿਆਪਕ ਨਿਸ਼ਚੈ ਕਰ। ਹੀਰਾ 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 ਵਿਦਿਆ। ਹੀਰਾ ਭਾਵ ਜੀਵਾਤਮਾ ਅਤੇ ਹੀਰਾ ਭਾਵ ਈਸ਼ਰ, ਅਰਥਾਤ ਜੀਵ ਇਸ ਦੇ ਤਤਵੰਗ ਪਦ ਦਾ ਸੰਸ਼ੋਧਨ ਕਰਕੇ ਆਸਪਦ ਰੂਪ ਬ੍ਰਹਮ ਦੇ ਵਿੱਚ ਮਿਲਣ ਕਰੇ। ਨਾਨਕ ਕੰਠ ਸੁਭਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਇਉਂ ਉਹ ਪ੍ਰਭੂ ਸੁਭਾਵਕ ਹੀ ਅਭੇਦ ਨਿਸ਼ਚੈ ਰੂਪ ਕੰਠ ਵਿੱਚ ਮੇਲ ਲੈਂਦਾ ਹੈ। ਪੌੜੀ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ। ਮਨ ਮੁਖ ਕਾਲ ਵਿਆਪਦਾ। ਮਨਮੁਖ ਬੇਮੁਖ ਪੁਰਖਾਂ ਨੂੰ ਸਦਾ ਹੀ ਮੌਤ ਦਾ ਡਰ ਲੱਗਾ ਰਹਿੰਦਾ ਹੈ। ਮੋਹ ਮਾਇਆ ਲਾਗੇ। ਕਿਉਂਕਿ ਉਹ ਸਦਾ ਮਾਇਆ ਦੇ ਮੋਹ ਵਿੱਚ ਲੱਗੇ ਰਹਿੰਦੇ ਹਨ। ਖਿਨ ਮਹਿ ਮਾਰ ਪਛਾੜ ਸੀ। ਮਨਮੁਖ ਪੁਰਖ ਪਾਤਸ਼ਾਹ ਜੀ ਫਰਮਾਉਂਦੇ ਨੇ, ਪਾਏ ਦੂਜਾ ਠਾਗੇ। ਦਵੈਤ ਭਾਵ ਦੇ ਵਿੱਚ ਵਿਕਾਰਾਂ ਦੇ ਲੁੱਟੇ ਹੋਏ ਹਨ, ਉਹਨਾਂ ਨੂੰ ਕਾਲ ਇੱਕ ਖਿਣ ਵਿੱਚ ਹੀ ਮਾਰ ਕੇ ਪਛਾੜ ਦਿੰਦਾ, ਭਾਵ ਨਾਸ਼ ਕਰ ਦਿੰਦਾ ਹੈ। ਫਿਰ ਵੇਲਾ ਹੱਥ ਨਾ ਆਵਈ। ਮੁੜ ਕੇ ਉਹਨਾਂ ਮਨਮੁਖਾਂ ਦੇ ਹੱਥ ਵਿੱਚ ਇਹ ਮਨੁੱਖਾ ਜਨਮ ਦਾ ਵੇਲਾ ਸਮਾਂ ਨਹੀਂ ਆਉਂਦਾ। ਜਮ ਕਾ ਡੰਡ ਲਾਗੇ। ਅਤੇ ਪਰਲੋਕ ਵਿੱਚ ਯਮਰਾਜ ਦਾ ਡੰਡਾ ਉਹਨਾਂ ਦੇ ਸਿਰ ਉੱਪਰ ਲੱਗਦਾ ਹੈ। ਤੈਨ ਜਮ ਡੰਡ ਨਾ ਲਗਾਈ। ਪਰੰਤੂ ਜਿਹੜੇ ਗੁਰਮੁਖ ਜੋ ਹਰ ਲਿਵ ਜਾਗੇ। ਹਰੀ ਪਰਮੇਸ਼ਰ ਦੀ ਲਿਵ ਪ੍ਰੀਤੀ ਜਾਂ ਪਰਮੇਸ਼ਰ ਵਿੱਚ ਆਪਣੇ ਚਿੱਤ ਦੀ ਬਿਰਤੀ ਜੋੜ ਕੇ ਗਿਆਨ ਅਵਸਥਾ ਵਿੱਚ ਜਾਗ ਪਏ ਨੇ, ਤਿਨਾਂ ਨੂੰ ਯਮਰਾਜ ਦਾ ਡੰਡਾ ਡੰਨ ਨਹੀਂ ਲੱਗਦਾ। ਫਿਰ ਉਹ ਐਸਾ ਨਿਸ਼ਚੈ ਕਰਦੇ ਹਨ ਕਿ ਸਭ ਤੇਰੀ ਤੁਧ ਛੁਡਾਵਣੀ। हे ਪ੍ਰਭੂ, ਸਾਰੀ ਸ੍ਰਿਸ਼ਟੀ ਤੇਰੀ ਹੀ ਪੈਦਾ ਕੀਤੀ ਹੋਈ ਹੈ। ਤੂੰ ਆਪ ਹੀ ਆਪਣੀ ਕਿਰਪਾ ਕਰਕੇ ਮਾਇਆ ਦੇ ਮੋਹ ਤੋਂ ਛੁਡਾਉਣੀ ਹੈ। ਸਭ ਤੁਧ ਲਾਗੇ। ਸਾਰੇ ਜੀਵ ਆਪੋ ਆਪਣੀ ਲਿਆਕਤ ਅਨੁਸਾਰ ਤੇਰੇ ਹੀ ਆਸਰੇ ਲੱਗੇ ਹੋਏ ਹਨ। ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਮਾਰੂ ਦੀ ਵਾਰ ਵਿੱਚ 13ਵੇਂ ਨੰਬਰ ਤੇ ਵਿਚਾਰ ਕੇ ਵੈਰਾਗ ਜਨਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਰਬੇ ਜੋਏ ਅਗਸ਼ਮੀ। ਜੋ ਵੀ ਮਨੁੱਖ ਸੰਸਾਰ ਦੇ ਸਾਰੇ ਪਦਾਰਥਾਂ ਨੂੰ ਅਸਥਿਤ ਦੇਖਦਾ ਹੈ, ਦੁਖ ਕਨੇਰੋ ਆਥ। ਉਸ ਨੂੰ ਬਹੁਤ
ਬਹੁਤ ਸਾਰਾ ਜੰਮਣ ਮਰਨ ਆਦਿਕ ਦਾ ਕਸ਼ਟ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਸਰਬੇ ਜੋਏ ਅਗਛਮੀ, ਇਹ ਜੀਵ ਜਿਹੜੇ ਸਾਰੇ ਪਦਾਰਥ ਦੇਖ ਰਿਹਾ ਹੈ, ਇਹ ਸਭ ਅਵਸ਼ੇਸ਼ ਕਰਕੇ ਗਛਮੀ ਚਲੇ ਜਾਣੇ ਹਨ। ਦੁਖ ਕਨੇਰੋ ਯਾਤ, ਅਤੇ ਮਾਇਆ ਵਿੱਚ ਫਸੇ ਹੋਏ ਪੁਰਖ ਨੂੰ ਬਹੁਤਾ ਦੁੱਖ ਪ੍ਰਾਪਤ ਹੋਵੇਗਾ। ਕਾਲਰ ਲਾਦ ਸਰ ਲੰਘਣਾ, ਜਿਵੇਂ ਕਿਸੇ ਆਦਮੀ ਨੇ ਕੱਲਰ ਸ਼ੋਰਾ ਗੱਡਿਆਂ ਦੇ ਲਤਿਆ ਹੋਵੇ ਅਤੇ ਉਸਨੇ ਸਮੁੰਦਰ ਨੂੰ ਪਾਰ ਲੰਘਣਾ ਹੋਵੇ, ਲਾਭ ਨਾ ਪੂੰਜੀ ਸਾਥ, ਤਾਂ ਉਸ ਕੱਲਰ ਦੇ ਸਮੁੰਦਰ ਵਿੱਚ ਨਾ ਕੋਈ ਨਫਾ ਮਿਲੇਗਾ ਤੇ ਨਾ ਹੀ ਉਸ ਨਾਲ ਰਾਸ਼ੀ ਰੋਕੜੀ ਪ੍ਰਾਪਤ ਹੋਵੇਗੀ। ਇਸੇ ਪ੍ਰਕਾਰ ਕਾਲਰ ਲਾਦ ਸਰ ਲੰਘਣਾ, ਜੀਵ ਆਪਣੇ ਅੰਤःਕਰਨ ਰੂਪ ਗੱਡੇ ਉੱਪਰ ਵਿਸ਼ੇ ਵਕਾਰਾਂ ਰੂਪ ਪਾਪਾਂ ਰੂਪੀ ਕੱਲਰ ਲੱਦ ਕੇ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਲੰਘੇਗਾ। ਭਾਵ ਪਾਰ ਨਹੀਂ ਹੋਇਆ ਜਾਣਾ। ਲਾਭ ਨਾ ਪੂੰਜੀ ਸਾਥ, ਇਸ ਵਿਸ਼ੇ ਰੂਪ ਪਾਪਾਂ ਰੂਪੀ ਕੱਲਰ ਨਾਲ ਅੱਗੇ ਪਰਲੋਕ ਵਿੱਚ ਕੋਈ ਲਾਭ ਨਫਾ ਨਹੀਂ ਪ੍ਰਾਪਤ ਹੋਣਾ। ਤੇ ਪੂਜੀ ਇਹ ਟਿੱਪੀ ਤੋਂ ਬਗੈਰ ਹੈ, ਇਸ ਲਈ ਆਪਣੇ ਕੋਲੋਂ ਆਪਾਂ ਟਿੱਪੀ ਨਹੀਂ ਹਿਲਾ ਸਕਦੇ। ਨਾ ਲਾਭ ਤੇ ਨਾ ਪੂੰਜੀ ਸਾਥ, ਸਵਾਸਾਂ ਰੂਪੀ ਪੂੰਜੀ ਵੀ ਨਾਲ ਹੀ ਵਿਅਰਥ ਲੰਘ ਜਾਣੀ ਹੈ। ਭਾਵ ਜੀਵ ਕੋਲ ਨਾਮ ਰੂਪ ਪੂੰਜੀ ਨਾਲ ਨਾ ਹੋਣ ਕਰਕੇ ਆਤਮਾ ਆਨੰਦ ਰੂਪੀ ਉਹਨੂੰ ਲਾਭ ਪ੍ਰਾਪਤ ਨਹੀਂ ਹੋਵੇਗਾ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੋ ਪਾਵਨ ਉਪਦੇਸ਼ ਉਚਾਰ ਰਹੇ ਨੇ। ਪੂੰਜੀ ਸਾਚਾ ਨਾਮ ਤੋ, ਇਹ ਭਾਈ ਤੂੰ ਇਹ ਨਿਸ਼ਚੈ ਕਰਕੇ ਮੇਰੇ ਕੋਲ ਪਰਮੇਸ਼ਰ ਦੇ ਸੱਚੇ ਨਾਮ ਦੀ ਰਾਸ਼ੀ ਹੋਵੇ। ਅਖੁੱਟਾ ਦਰਬ ਅਪਾਰ, ਜੋ ਬੇਅੰਤ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲਾ ਨਾ ਮੁੱਕਣ ਵਾਲਾ ਧਨ ਹੈ, ਜਾਂ ਅਪਾਰ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲਾ ਮੁੱਕਣ ਤੋਂ ਰਹਿਤ ਧਨ ਸੱਚੇ ਨਾਮ ਦੀ ਪੂੰਜੀ ਹੈ। ਹੇ ਭਾਈ ਤੂੰ ਉਸ ਨੂੰ ਅੰਗੀਕਾਰ ਕਰ। ਨਾਨਕ ਵਖਰ ਨਿਰਮਲ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਕੋਲ ਪਾਪਾਂ ਦੀ ਮੈਲ ਤੋਂ ਰਹਿਤ ਕਰਨ ਵਾਲਾ ਉਜਲ ਨਾਮ ਰੂਪੀ ਸੌਦਾ ਹੈ, ਉਹ ਤਤ ਬੇਤੇ ਮਹਾਤਮਾ ਰੂਪ ਧਨ ਸਾਹੋ ਅਪਾਰ, ਸ਼ਾਹੂਕਾਰ ਵੀ ਧਨ ਦਾ ਯੋਗ ਨੇ ਤੇ ਉਸ ਦਾ ਵਪਾਰ ਕਰਨ ਵਾਲੇ ਜਗਿਆਸੂ ਵੀ ਧਨ ਦਾ ਯੋਗ ਹਨ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ। ਪੂਰਬ ਪ੍ਰੀਤ ਪਿਰਾਣ ਲੈ, ਇਹ ਭਾਈ ਤੂੰ ਪਰਮੇਸ਼ਰ ਦੀ ਪਹਿਲੀ ਪ੍ਰੀਤੀ ਪਹਿਚਾਨ ਲੈਣਾ ਕਰ। ਭਾਵ ਜਿਵੇਂ ਉਸਨੇ ਕਿਰਪਾ ਕਰਕੇ ਤੈਨੂੰ ਮਾਤਾ ਦੇ ਪੇਟ ਵਿੱਚ ਜਠਰਾਗਨੀ ਤੋਂ ਬਚਾ ਕੇ ਰੱਖਿਆ ਸੀ, ਉਹ ਤੂੰ ਪ੍ਰੀਤੀ ਪਹਿਚਾਨ ਕੇ ਤੂੰ ਸਵਾਸ ਸਵਾਸ ਨਾਮ ਜਪ ਕੇ ਪ੍ਰਭੂ ਨਾਲ ਪ੍ਰੀਤੀ ਕਰਦਾ ਸੀ। ਤਬ ਤਾਂ ਪ੍ਰਭੂ ਨੇ ਤੈਨੂੰ ਬਚਾਇਆ। ਜਾਂ ਪੂਰਬ ਪਹਿਲੀ ਬਾਲਕ ਅਵਸਥਾ ਤੋਂ ਹੀ ਵਾਹਿਗੁਰੂ ਦੀ ਪ੍ਰੀਤੀ ਪਹਿਚਾਨ ਲੈਣਾ ਕਰ। ਜਿਹੜਾ ਛੋਟੀ ਉਮਰੇ ਕੰਮ ਕਰ ਲੈਣਾ ਹੈ ਜਾਂ ਸਿੱਖ ਲੈਣਾ, ਉਹ ਵੱਡੀ ਉਮਰ 'ਚ ਜਾ ਕੇ ਨਹੀਂ ਹੁੰਦਾ। ਮੁੜ ਕੇ ਤਾਂ ਕਹਿੰਦੇ ਜਿਹੜਾ ਵੇਲਾ ਹੈ ਉਹ ਤਾਂ ਸਮਝ ਲਓ ਵੀ ਕੰਮ ਹੈ, ਤੇ ਕਵੇਲੇ ਦੀਆਂ ਟੱਕਰਾਂ ਤਾਂ ਟੱਕਰਾਂ ਹੀ ਮਾਰਨੀਆਂ ਨੇ। ਪੱਲੇ ਕੁਛ ਨਹੀਂ ਪੈਂਦਾ, ਨਾ ਕੁਛ ਯਾਦ ਹੁੰਦਾ ਹੈ, ਨਾ ਕੁਝ ਮਨ ਡਿੱਗਦਾ ਹੈ, ਤੋ ਦੁੱਖ ਆ ਕੇ ਘੇਰ ਲੈਂਦੇ ਹਨ। ਇਸ ਲਈ ਪਹਿਲੀ ਉਮਰੇ ਛੋਟੀ ਉਮਰ ਬਾਲਕ ਅਵਸਥਾ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਤੇ ਉਹਦੀ ਪ੍ਰੀਤੀ ਨੂੰ ਪਹਿਚਾਨ ਲੈ। ਮੋਟਾ ਠਾਕੁਰ ਮਾਣ, ਫਿਰ ਉਸ ਵੱਡੇ ਅਧਿਸ਼ਠਾਨ ਨੂੰ ਮਾਲਕ ਪ੍ਰਭੂ ਦੀ ਆਨੰਦ ਨੂੰ ਮਨ ਨਾ ਕਰੇਗਾ। ਗੁਜਰਾਤੀ ਬੋਲੀ ਵਿੱਚ ਮੋਟਾ
ਵੱਡੇ ਨੂੰ ਕਹਿੰਦੇ ਨੇ। ਮਾਤਾ ਉਬੈ ਜਮ ਮਾਰਸੀ, ਉਸ ਦੀ ਪ੍ਰੀਤੀ ਤੋਂ ਬਿਨਾ ਮੱਥੇ ਭਾਵ ਸਿਰ ਉੱਪਰ ਖਲੋਤਾ ਯਮਰਾਜ ਡੰਡਾ ਮਾਰੇਗਾ। ਇਸੇ ਪ੍ਰਕਾਰ ਮਾਤਾ ਉਬੈ ਜਮ ਮਾਰਸੀ, ਮਾਤਾ ਦੇ ਗਰਭ ਦੇ ਵਿੱਚ ਉਲਟੇ ਮੱਥੇ ਭਾਵ ਸਿਰ ਭਾਰ ਲਮਕਦਾ ਹੋਇਆ ਜੰਮਦਾ ਅਤੇ ਮਰਦਾ ਰਹੇਗਾ। ਨਾਨਕ ਮਿਲਣ ਨਾਮ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਪਰਮੇਸ਼ਰ ਦਾ ਨਾਮ ਹੀ ਉਸ ਪ੍ਰਭੂ ਦੇ ਨਾਲ ਮਿਲਾਉਣ ਵਾਲਾ ਹੈ। ਪੌੜੀ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਨੇ। ਆਪੇ ਪਿੰਡ ਸਵਾਰਿਓ ਨਾ, ਪਰਮੇਸ਼ਰ ਨੇ ਆਪ ਹੀ ਸਾਰੇ ਸਰੀਰ ਸੰਵਾਰਨਾ ਕੀਤੇ ਹਨ। ਵਿੱਚ ਨਵ ਨਿਦ ਨਾਮ, ਅਤੇ ਇਹਨਾਂ ਸਰੀਰਾਂ ਦੇ ਅੰਦਰ ਨੌ ਨਦੀਆਂ ਦੇਣ ਵਾਲਾ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਪਾਇਆ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਅਸੀਂ ਬਾਹਰ ਨੂੰ ਭੱਜਦੇ ਹਾਂ, ਬਾਹਰ ਦੇ ਰਾਗ ਰੰਗ ਵੇਖਦੇ ਹਾਂ, ਜੇ ਅੰਦਰ ਵੜੀਏ ਤਾਂ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੋਵੇ। ਇੱਕ ਆਪੇ ਪਰਮ ਭੁਲਾਇਆ ਨਾ, ਇੱਕ ਮਨਮੁਖ ਆਪ ਹੀ ਪਰਮ ਦੇ ਵਿੱਚ ਵਾਹਿਗੁਰੂ ਜੀ ਨੇ ਭੁਲਾਉਣਾ ਕੀਤੇ ਹਨ। ਤਨ ਨਿਫਲ ਕਾਮ, ਤਿਨਾਂ ਦੇ ਸਾਰੇ ਕੰਮ ਨਿਫਲ ਵਿਅਰਥ ਹੀ ਹਨ। ਇਕਨੀ ਗੁਰਮੁਖ ਬੁਝਿਆ, ਇੱਕ ਨਾ ਗੁਰਮੁਖਾਂ ਨੇ ਪਰਮੇਸ਼ਰ ਨੂੰ ਗੁਰਾਂ ਦੁਆਰਾ ਬੁਝਣਾ ਕੀਤਾ ਹੈ। ਹਰ ਆਤਮ ਰਾਮ, ਕਿ ਪਰਮੇਸ਼ਰ ਆਪਣਾ ਆਪ ਰੂਪ ਹੋ ਕੇ ਸਭਨਾਂ ਦੇ ਵਿੱਚ ਰਮਿਆ ਹੋਇਆ ਹੈ। ਇਕਨੀ ਸੁਣ ਕੇ ਮੰਨਿਆ, ਇਕਨਾਂ ਨੇ ਗੁਰਾਂ ਦੁਆਰਾ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਨਾਮ ਨੂੰ ਸਰਵਣ ਕਰਕੇ ਮੰਨਣਾ ਕੀਤਾ ਹੈ। ਹਰਿ ਉਤਮ ਕਾਮ, ਉਹਨਾਂ ਨੇ ਹਰੇਕ ਕੰਮ ਸੋ ਸ੍ਰੇਸ਼ਟ ਕੀਤੇ ਨੇ, ਜਾਂ ਉਹਨਾਂ ਦੇ ਸਾਰੇ ਹੀ ਕੰਮ ਸ੍ਰੇਸ਼ਟ ਹਨ। ਤਿਨ ਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਬੋਲੇ ਹੈ ਹਰ ਹਰ ਰਾਮ ਨਾਮ ਹਰ ਸਾਥੇ। ਤਿਨ ਕੇ ਤੁਰੇ ਜੀਰ ਖੁਰਗੀਰ ਸਭ ਪਵਿੱਤ ਹੈ, ਜਿਨੀ ਸੇਵਕ ਸੰਦ ਸਾਧ ਚੜ ਜਾਤੇ। ਇਉਂ ਹਰੀ ਦੀ ਪ੍ਰਾਪਤੀ ਹੀ ਸਭਨਾ ਕੰਮਾਂ ਵਿੱਚੋਂ ਉੱਤਮ ਕੰਮ ਉਹਨਾਂ ਨੇ ਕੀਤਾ ਹੈ। ਸਭ ਤੇ ਉੱਤਮ ਹਰ ਕੀ ਕਥਾ, ਸਭ ਤੋਂ ਉੱਤਮ ਹਰੀ ਦੀ ਕਥਾ ਕੀਤੀ ਹੈ। ਤਰ ਹਰ ਰੰਗ ਉਪਜਿਆ, ਉਹਨਾਂ ਦੇ ਹਿਰਦਿਆਂ ਵਿੱਚ ਹਰੀ ਪਰਮੇਸ਼ਰ ਦਾ ਪ੍ਰੇਮ ਆਨੰਦ ਪੈਦਾ ਹੋਇਆ ਹੈ। ਗਾਇਆ ਹਰ ਗੁਣ ਨਾਮ, ਔਰ ਉਹਨਾਂ ਨੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਨਾਮ ਨੂੰ ਗਾਇਆ ਹੈ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਮਾਰੂ ਦੀ ਵਾਰ ਵਿੱਚ ਇਹ 14ਵਾਂ ਸ਼ਲੋਕ ਵਿਚਾਰ ਰਹੇ ਹਨ। ਭੋਲ ਤਨ ਪੈ ਮਨ ਵਸੈ, ਭੋਲੇਪਣ ਵਿੱਚ ਪਰਮੇਸ਼ਰ ਦਾ ਡਰ ਹਿਰਦੇ ਵਿੱਚ ਵਸ ਜਾਂਦਾ ਹੈ। ਜੇ ਚੁਸਤੀਆਂ ਚਲਾਕੀਆਂ ਕਰੀਏ ਫਿਰ ਨਾਮ ਨਹੀਂ ਵਸਦਾ। ਹਿਕੈ ਪਾਦਰ ਹੀੜਾ, ਇੱਕ ਪਰਮੇਸ਼ਰ ਦੇ ਮਿਲਣ ਦਾ ਹਿਰਦੇ ਅੰਦਰ ਪੱਧਰਾ ਰਸਤਾ ਹੈ। ਇਸੇ ਪ੍ਰਕਾਰ ਭੋਲ ਤਨ ਪੈ ਮਨ ਵਸੈ, ਪਰਮੇਸ਼ਰ ਨੂੰ ਭੁੱਲਣ ਕਰਕੇ ਜਾਂ ਅਗਿਆਨ ਦੇ ਭੁਲੇਖੇ ਕਰਕੇ ਯਮਾਂ ਆਦਿਕਾਂ ਦਾ ਭੈ ਮਨ ਵਿੱਚ ਵਸ ਜਾਂਦਾ ਹੈ। ਹਿਕੈ ਪਾਦਰ ਹੀੜਾ, ਇੱਕ ਹਿਰਦੇ ਅੰਦਰ ਭਗਤੀ ਸਹਿਤ ਗਿਆਨ ਦਾ ਹੀ ਪੱਧਰਾ ਰਸਤਾ ਪਰਮੇਸ਼ਰ ਨੂੰ ਮਿਲਣ ਦਾ ਹੈ। ਆਤ ਡਾਪਣ ਦੁਖ ਕਣੋ, ਉਸ ਹਰੀ ਦੇ ਭੈ ਨੂੰ ਛੱਡ ਕੇ ਜੋ ਸੰਸਾਰ ਵਿੱਚ ਅਤਿਅੰਤ ਭਟਕਦਾ ਰਹਿੰਦਾ ਹੈ ਜਾਂ ਅਤਿਅੰਤ ਚਤੁਰਾਈਆਂ ਕਰਕੇ
ਬਹੁਤ ਕਸ਼ਟ ਪ੍ਰਾਪਤ ਹੁੰਦਾ ਹੈ। ਤੀਨੇ ਥਾਮ ਪਰੀੜਾ ਅਤੇ ਉਸ ਦੇ ਮਨ ਬਾਣੀ ਸਰੀਰ ਰੂਪ ਤਿੰਨੇ ਥਾਂ ਭ੍ਰਿਸ਼ਟ ਹੋ ਗਏ ਹਨ। ਜਾਂ ਪਤਾਲ ਮਾਤ ਲੋਕ ਸਵਰਗ ਲੋਕ ਦੇ ਵਿੱਚ ਭ੍ਰਿਸ਼ਟਿਆ ਜਾਂਦਾ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਬਖਸ਼ ਰਹੇ ਨੇ। ਮੰਦਲ ਵੇਦਾ ਸੇ ਬਾਜਣੋ ਤਿੰਨਾਂ ਗੁਣਾਂ ਨੂੰ ਵਿਸ਼ੇ ਕਰਨ ਵਾਲੇ ਵੇਦ ਢੋਲ ਦੀ ਤਰ੍ਹਾਂ ਤਿੰਨ ਚੀਜ਼ਾਂ ਕਰਮ ਉਪਾਸ਼ਨਾ ਦੇ ਗਿਆਨ ਵਿੱਚ ਵੱਜ ਰਹੇ ਹਨ। ਕਣੋ ਧੜੀਐ ਜੋਏ ਜਿਸ ਵਿੱਚ ਬਹੁਤ ਸਾਰੇ ਕਰਮ ਕਾਂਡਾਂ ਦੇ ਧੜੇ ਦੇਖੇ ਜਾਂਦੇ ਹਨ। ਨਾਨਕ ਨਾਮ ਸੰਭਾਲ ਤੂੰ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਭਾਈ ਤੂੰ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਕਰ, ਸਿਮਰਨਾ ਕਰ। ਬੀਜਾ ਅਵਰ ਨ ਕੋਇ ਉਸ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਦੂਜਾ ਹੋਰ ਕੋਈ ਸਹਾਰਾ ਨਹੀਂ ਹੈ। ਜਾਂ ਤੂੰ ਨਾਮ ਨੂੰ ਚੇਤੇ ਕਰ, ਫਿਰ ਤੈਨੂੰ ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਵੀ ਪ੍ਰਤੀਤ ਨਹੀਂ ਹੋਵੇਗਾ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸ਼ੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਾਗਰ ਗੁਣੀ ਅਥਾਹੋ ਇਹ ਭਾਈ ਉਹ ਪਰਮੇਸ਼ਰ ਗੁਣਾਂ ਦਾ ਡੂੰਘਾ ਸਮੁੰਦਰ ਹੈ। ਕਿਨ ਹਥਾਲਾ ਦੇਖੀਐ ਕਿਨ ਹਾਥ ਹਾਲਾ ਦੇਖੀ ਹੈ। ਕਿਸ ਨੇ ਉਸ ਦੇ ਥਾਂ ਨੂੰ ਵੇਖਣਾ ਕੀਤਾ, ਭਾਵ ਉਸ ਦੀ ਗੰਭੀਰਤਾ ਨੂੰ ਕੋਈ ਵੀ ਨਹੀਂ ਵੇਖ ਸਕਦਾ। ਵੱਡਾ ਵਿਪਰਵਾਹੋ ਉਹ ਪਰਮਾਤਮਾ ਸਭ ਤੋਂ ਵੱਡਾ ਅਤੇ ਬੇਮੁਤਾਜ ਹੈ। ਸਤਿਗੁਰ ਮਿਲੈ ਤਾਂ ਪਾਰ ਪਵਾ ਜੇਕਰ ਸਤਿਗੁਰੂ ਜੀ ਮਿਲ ਪੈਣ ਤਾਂ ਹੀ ਪਾਰ ਪੈ ਸਕੀਦਾ ਹੈ, ਭਾਵ ਉਸ ਵਿੱਚ ਅਭੇਦ ਹੋ ਜਾਈਦਾ ਹੈ। ਇਸੇ ਪ੍ਰਕਾਰ ਸਾਗਰ ਗੁਣੀ ਅਥਾਹੋ ਇਹ ਭਾਈ ਇਹ ਤ੍ਰੈਗੁਣੀ ਸੰਸਾਰ ਉਹ ਸਮੁੰਦਰ ਬੇਥਾ ਡੂੰਘਾ ਹੈ। ਕਿਨ ਹਥਾਲਾ ਦੇਖੀਐ ਇਸ ਦਾ ਕਿਸ ਨੇ ਥੱਲਾ ਵੇਖਿਆ, ਭਾਵ ਕੋਈ ਵੀ ਅੰਤ ਨਹੀਂ ਪਾ ਸਕਦਾ। ਵੱਡਾ ਵਿਪਰਵਾਹੋ ਜੇਕਰ ਵੱਡਾ ਤੇ ਬੇਮੁਤਾਜ ਸਤਿਗੁਰੂ ਜੀ ਮਿਲ ਪਵੇ, ਸਤਿਗੁਰ ਮਿਲੈ ਤਾਂ ਪਾਰ ਪਵਾ ਤਾਂ ਹੀ ਇਹ ਸੰਸਾਰ ਸਮੁੰਦਰ ਤੋਂ ਪਾਰਲੇ ਮੁਕਤੀ ਰੂਪ ਕਿਨਾਰੇ ਉੱਪਰ ਪੈ ਸਕੀਦਾ ਹੈ। ਮਜ ਪਾਰ ਦੁਖਾ ਬਦੁਖਾ ਇਹ ਸੰਸਾਰ ਦੁੱਖਾਂ ਹੀ ਦੁੱਖਾਂ ਵਿੱਚ ਭਰਿਆ ਹੋਇਆ ਹੈ। ਜਾਂ ਜੋ ਸੰਸਾਰ ਵਿੱਚ ਲੱਗੇ ਨੇ ਉਹਨਾਂ ਦਾ ਮਝ ਹਿਰਦਾ ਕਾਮ ਕ੍ਰੋਧ ਆਦਿਕ ਦੇ ਦੁੱਖ ਅਤੇ ਈਰਖਾ ਦੇ ਵਿਸ਼ੇਸ਼ ਕਰਕੇ ਦੁੱਖਾਂ ਨਾਲ ਭਰਿਆ ਪਿਆ ਹੈ। ਨਾਨਕ ਸੱਚੇ ਨਾਮ ਬਿਨਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਿ ਸੱਚੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾ ਕਿਸੇ ਨਾ ਲੱਥੀ ਭੁੱਖਾ ਕਿਸੇ ਦੀ ਵੀ ਆਸਾ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਲੱਥਦੀ, ਨਹੀਂ ਉਤਰਦੀ ਹੈ। ਪੌੜੀ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹਨ, ਜਿਨੀ ਅੰਦਰ ਭਾਲਿਆ ਇਹ ਭਾਈ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਪਰਮੇਸ਼ਰ ਨੂੰ ਖੋਜਣਾ ਕੀਤਾ ਹੈ, ਗੁਰ ਸ਼ਬਦ ਸੁਹਾਵੈ ਉਹ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸ਼ੋਭਨੀਕ ਹੋਏ ਹਨ। ਜੋ ਵਿਛਨ ਸੋ ਪਾਏ ਤੇ ਜਿਹੜੇ ਹਰ ਨਾਮ ਤੇ ਆਵੈ ਹਰੀ ਨਾਮ ਨੂੰ ਧਿਆਉਂਦੇ ਭਾਵ ਸਿਮਰਦੇ ਨੇ, ਉਹ ਜੋ ਕੁਝ ਵੀ ਇੱਛਾ ਕਰਦੇ ਚਾਹੁੰਦੇ ਨੇ ਉਹੀ ਕੁਝ ਪਦਾਰਥ
ਪ੍ਰਾਪਤ ਕਰ ਲੈਂਦੇ ਹਨ। ਜੈਸਨੋ ਕਿਰਪਾ ਕਰੇ ਤਿਸ ਗੁਰ ਮਿਲੈ। ਜਿਸ ਮਨੁੱਖ ਤੇ ਪਰਮਾਤਮਾ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ ਤਿਸ ਨੂੰ ਪੂਰਨ ਗੁਰੂ ਮਿਲਦਾ ਹੈ। ਸੋ ਹਰ ਗੁਣ ਗਾਵੈ। ਉਹੀ ਮਨੁੱਖ ਗੁਰਾਂ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦਾ ਹੈ। ਧਰਮ ਰਾਏ ਤਿਨ ਕਾ ਮਿਤ ਹੈ। ਧਰਮ ਰਾਜਾ ਤਿਨਾਂ ਦਾ ਮਿੱਤਰ ਰੂਪ ਹੈ। ਜਮ ਮਗ ਨਾ ਪਾਵੈ। ਉਹ ਉਹਨਾਂ ਨੂੰ ਜਮਾਂ ਦੇ ਰਸਤੇ ਵਿੱਚ ਨਹੀਂ ਪਾਉਂਦਾ, ਭਾਵ ਜੰਮਣ ਮਰਨ ਦੇ ਰਸਤੇ ਵਿੱਚ ਨਹੀਂ ਪਾਉਂਦਾ। ਹਰ ਨਾਮ ਤੇ ਆਵੈ ਦਿਨ ਸਰਾਤ। ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨੂੰ ਦਿਨ ਰਾਤ ਵਿੱਚ ਇੱਕ ਰਸ ਧਿਆਉਂਦੇ ਹਨ। ਹਰ ਨਾਮ ਸਮਾਵੈ। ਉਹ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਜਾਂ ਨਾਮੀ ਹਰੀ ਵਿੱਚ ਸਮਾ ਜਾਂਦੇ ਨੇ। ਇੰਜ ਜਿਵੇਂ ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਤਿਨ ਕੈ ਸਦ ਕੁਰਬਾਨ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਇਹ ਸ਼ਲੋਕ ਮਾਰੂ ਦੀ ਵਾਰ ਵਿੱਚ 15 ਨੰਬਰ ਤੇ ਉਚਾਰ ਰਹੇ ਨੇ। ਸੁਣੀਐ ਏਕ ਵਖਾਣੀਐ। ਇੱਕ ਵਾਹਿਗੁਰੂ ਨੂੰ ਸੁਣੀਏ ਤੇ ਇੱਕ ਵਾਹਿਗੁਰੂ ਦਾ ਨਾਮ ਹੀ ਕਥਨ ਕਰੀਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕਥਾ ਸੁਣਦਿਆਂ ਹੋਇਆਂ ਆਪ ਦੀ ਰਸਨਾ ਦੇ ਨਾਲ ਹੌਲੀ ਹੌਲੀ ਇੱਕ ਵਾਹਿਗੁਰੂ 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 ਦਾ ਨਾਮ ਉਚਾਰਨ ਕਰਦੇ ਰਹੀਏ, ਕਿਉਂਕਿ ਇਹਦੇ ਨਾਲ ਸਾਨੂੰ ਡਬਲ ਲਾਭ ਪ੍ਰਾਪਤ ਹੋਵੇਗਾ। ਕਥਾ 'ਚ ਵੀ ਮਨ ਟਿਕਿਆ ਰਹੇਗਾ ਤੇ ਨੀਂਦਰ ਵੀ ਨਹੀਂ ਆਏਗੀ ਤੇ ਰਸ ਵੀ ਆਏਗਾ। ਇਸ ਵਾਸਤੇ ਇੱਕ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦੀ ਕਥਾ ਸੁਣਦੇ ਹਾਂ, ਆਪਦੀ ਰਸਨਾ ਤੋਂ ਵਖਾਣੀ ਹੈ, ਵਾਹਿਗੁਰੂ ਦਾ ਨਾਮ ਵੀ ਉਚਾਰਨ ਕਰੀਏ। ਇੰਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੇਖਣ ਸੁਣਨ ਸਨਾਮ ਨੂੰ ਮਨ ਮੈਂ ਦ੍ਰਿੜੀਐ ਸਾਜ। ਵੇਖੀਏ ਵੀ ਇੱਕ ਗੁਰੂ ਗ੍ਰੰਥ ਸਾਹਿਬ ਨੂੰ, ਮਤਲਬ ਅੱਖਾਂ ਖੋਲ੍ਹ ਕੇ ਰੱਜ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਪੂਰਾ ਲਾਭ ਲਈਏ ਤੇ ਸੁਣੀਏ ਵੀ ਮਹਾਰਾਜ ਦੇ ਨਾਮ ਬਾਣੀ ਦੀ ਕਥਾ ਨੂੰ, ਕੀਰਤਨ ਨੂੰ, ਤੇ ਆਪ ਦੀ ਰਸਨਾ ਤੋਂ ਉਚਾਰੀਏ ਵੀ ਵਾਹਿਗੁਰੂ ਵਾਹਿਗੁਰੂ। ਇਉਂ ਸਾਰਾ ਸਰੀਰ ਸਫਲ ਕਰੀਏ। ਗੁਰੂ ਘਰ ਆਏ ਆ, ਹੈ ਤਾਂ 1 ਘੰਟਾ ਹੀ ਹੈ, ਬਹੁਤਾ ਜ਼ਿਆਦਾ ਤਾਂ ਬੈਠਾ ਵੀ ਨਹੀਂ ਜਾਂਦਾ, ਸਾਡੇ ਕੋਲ ਵੀ ਇੰਨਾ ਬੋਲਿਆ ਨਹੀਂ ਜਾਂਦਾ। ਇਸ ਲਈ ਪੂਰਾ ਜੇ ਲਾਭ ਪੈਂਦਾ। ਦਰਗਹਿ ਪਾਈਐ ਠਾਓ, ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ ਜਗ ਮੈਂ ਤੁਮ ਕਾਢੀਐ ਹੈ। ਬਿਰਲੇ ਕੇਈ ਕਹੇ ਸਰੀਰ ਦੀ ਹਾਜ਼ਰੀ, ਸਾਰੇ ਅੰਗ ਪ੍ਰਤੰਗ ਸਫਲ ਹੁੰਦੇ ਹਨ। ਸੁਰਗ ਮਿਰਤ ਭਿਆਲ। ਸਵਰਗ ਲੋਕ, ਮਾਤ ਲੋਕ ਅਤੇ ਪਤਾਲ ਲੋਕ ਵਿੱਚ ਵੇਦਾਂ ਸ਼ਾਸਤਰਾਂ ਦੁਆਰਾ ਸੁਣੀਆਂ ਏਕ ਵਖਾਣੀ ਹੈ। ਇੱਕ ਅਦੁੱਤੀ ਬ੍ਰਹਮ ਹੀ ਵਿਆਪਕ ਸੁਣੀਦਾ ਹੈ ਅਤੇ ਸੰਤਾਂ ਭਗਤਾਂ ਦੁਆਰਾ ਵੀ ਇੱਕ ਪ੍ਰਭੂ ਹੀ ਸਭ ਥਾਈਂ ਵਿਆਪਕ ਕਥਨ ਕਰੀਦਾ ਹੈ। ਹੁਕਮ ਨਾ ਜਾਈ ਮਿਟਿਆ। ਉਸ ਪਰਿਪੂਰਨ ਪਰਮਾਤਮਾ ਦਾ ਕਿਸੇ ਕੋਲੋਂ ਵੀ ਹੁਕਮ ਮਿਟਿਆ ਨਹੀਂ ਜਾ ਸਕਦਾ। ਜੋ ਲਿਖਿਆ ਸੋ ਨਾਲ। ਉਸ ਵਾਹਿਗੁਰੂ ਨੇ ਜੋ ਵੀ ਲੇਖ ਕਿਸੇ ਜੀਵ ਦੇ ਮੱਥੇ ਤੇ ਲਿਖ ਦਿੱਤਾ ਹੈ, ਉਹ ਜੀਵ ਦੇ ਨਾਲ ਹੀ ਰਹਿੰਦਾ ਹੈ, ਭਾਵ ਉਸ ਨੂੰ ਭੋਗਣਾ ਪੈਂਦਾ ਹੈ। ਅੱਗੇ ਜਗਿਆਸੂ ਮੁਖ ਦੁਆਰਾ ਗੁਰੂ ਸਾਹਿਬ ਜੀ ਪ੍ਰਸ਼ਨ ਕਰਦੇ ਹਨ। ਕੌਣ ਮੁਆ ਕੌਣ ਮਾਰਸੀ। ਇਹ ਸਤਿਗੁਰੂ ਜੀ, ਸੰਸਾਰ ਵਿੱਚ ਕਿਹੜਾ ਮਰਦਾ ਹੈ, ਕਿਹੜਾ ਮਾਰਦਾ ਹੈ। ਕੌਣ ਆਵੈ ਕੌਣ ਜਾਏ। ਕਿਹੜਾ ਜਨਮ ਧਾਰ ਕੇ ਆਉਂਦਾ ਹੈ ਤੇ ਕਿਹੜਾ ਮਰ ਕੇ ਜਾਂਦਾ ਹੈ।
ਕੌਣ ਰਹਸੀ ਨਾਨਕ। ਸਤਿਗੁਰੂ ਸਾਹਿਬ ਜੀ ਜਗਿਆਸੂ ਮੁਖ ਦੁਆਰਾ ਪ੍ਰਸ਼ਨ ਕਰਦੇ ਨੇ ਕਿ ਇੱਥੇ ਸਦਾ ਅਸਥਿਤ ਕਿਹੜਾ ਰਹਿੰਦਾ ਹੈ। ਕਿਸ ਕੀ ਸੁਰਤ ਸਮਾਏ। ਅਤੇ ਕਿਸ ਦੀ ਸੁਰਤੀ ਹਰੀ ਵਿੱਚ ਸਮਾਉਂਦੀ ਲੀਨ ਹੁੰਦੀ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਜੀ ਇਸ ਪਾਵਨ ਮਹੱਲੇ ਵਿੱਚ ਉੱਤਰ ਬਖਸ਼ਦੇ ਹਨ। ਹਉ ਮੈਂ ਮਾਰਿਆ। ਹੰਗਤਾ ਵਾਲਾ ਜੀ ਮਰਦਾ ਹੈ, ਬੰਦਾ ਨਹੀਂ ਮਰਦਾ। ਬੰਦੇ ਨੂੰ ਉਹਦੀ ਹੈਂਕੜ ਮਰ ਜਾਂਦੀ ਹੈ, ਉਹਦੀ ਮੈਂ ਮਰ ਜਾਂਦੀ ਹੈ। ਜੇ ਆਪਦੀ ਮੈਂ ਛੱਡ ਦੇਵੇ ਉਹਨੂੰ ਕੋਈ ਮਾਰਨ ਵਾਲਾ ਨਹੀਂ ਹੈ। ਮੈਂ ਮਮਤਾ ਨੇ ਜੀਵ ਨੂੰ ਮਾਰ ਲਿਆ, ਕਿਸੇ ਹੋਰ ਨੇ ਨਹੀਂ ਮਾਰਿਆ। ਕਿਵੇਂ ਮਾਰਿਆ ਹੈ। ਪਵਨ ਵਹ ਦਰਿਆਓ। ਪਵਨ ਵਾਵੇ ਨਾਲ ਨਹੀਂ, ਊੜੇ ਨਾਲ ਹੈ। ਪੌਣ ਵਹਿ ਦਰਿਆਓ। ਜਿਵੇਂ ਦਰਿਆਵਾਂ ਦੇ ਵਿੱਚ ਹਵਾ ਵਗਦੀ ਹੈ ਤਾਂ ਲਹਿਰਾਂ ਪੈਦਾ ਹੋ ਜਾਂਦੀਆਂ ਨੇ। ਇਉਂ ਵਾਸ਼ਨਾ ਕਰਕੇ ਜੀਵ ਸੰਸਾਰ ਰੂਪ ਸਮੁੰਦਰ 'ਚ ਲਹਿਰਾਂ ਦੀ ਤਰ੍ਹਾਂ ਕਦੀ ਆਉਂਦੇ ਨੇ ਕਦੀ ਜਾਂਦੇ ਨੇ। ਵਾਸ਼ਨਾ ਵੱਧਾ ਆਵੇ ਜਾਵੇ, ਜੰਮਦੇ ਮਰਦੇ ਰਹਿੰਦੇ ਹਨ। ਤ੍ਰਿਸ਼ਨਾ ਥਕੀ ਨਾਨਕਾ। ਸੋ ਸੱਸਾ ਬਿਨਾਂ ਬਿੰਦੀ ਤੋਂ ਹੋਣ ਕਰਕੇ ਤ੍ਰਿਸ਼ਨਾ ਪਾਠ ਬਣੇਗਾ। ਜਿਸ ਪੁਰਖ ਦਾ ਜਿਹੜਾ ਮਨ ਹੈ ਜਾ ਮਨ ਰਤਾ ਨਾਏ। ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗਿਆ ਰਹਿੰਦਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਪੁਰਖ ਦੀ ਰਸਾਂ ਕਸਾਂ ਵਾਲੀ ਤ੍ਰਿਸ਼ਨਾ ਦੀ ਬਿਰਤੀ ਥੱਕ ਗਈ ਹੈ, ਹੰਭ ਗਈ ਹੈ। ਉਹ ਸੰਸਾਰ ਪ੍ਰਭੂ ਦੇ ਸਰੂਪ ਅੰਦਰ ਅਸਥਿਤ ਹੋ ਕੇ ਰਹਿੰਦਾ ਹੈ। ਲੋਇਨ ਰਤੇ ਲੋਇਣੀ। ਜਿਸ ਦੇ ਨੇਤਰ ਪ੍ਰਕਾਸ਼ ਰੂਪ ਪ੍ਰਭੂ ਦੇ ਦਰਸ਼ਨਾਂ ਵਿੱਚ ਰੰਗੇ ਗਏ ਹਨ। ਕੰਨੀ ਸੁਰਤ ਸਮਾਏ। ਕੰਨਾਂ ਵਿੱਚ ਹਰੀ ਦੀ ਗਿਆਤ ਸਮਾ ਗਈ ਹੈ। ਭਾਵ ਹਰ ਸਮੇਂ ਹਰੀ ਦੀ ਧੁਨ ਹੀ ਸੁਣਦੀ ਹੈ। ਜੀਵ ਰਸਾਇਣ ਚੁਨੜੀ। ਜਿਸ ਦੀ ਜ਼ਬਾਨ ਰਸਾਂ ਦੇ ਘਰ ਨਾਮ ਨੂੰ ਚੁੰਘਣ ਵਾਲੀ ਬਣੀ ਹੋਈ ਹੈ। ਜਿਸ ਤਰ੍ਹਾਂ ਬੱਚਾ ਦੁੱਧ ਚੁੰਘਦਾ ਰਹਿੰਦਾ ਚੁੰਘਣੀ ਦੇ ਨਾਲ, ਬੋਤਲ ਦੇ ਨਾਲ, ਇਉਂ ਉਹ ਹਮੇਸ਼ਾ ਵਾਹਿਗੁਰੂ 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 ਨਾਮ ਦਾ ਰਸ ਲੈਂਦੇ ਰਹਿੰਦੇ ਨੇ। ਜ਼ਬਾਨ ਦੁਆਰਾ ਚੁੰਘਦੇ ਰਹਿੰਦੇ ਹਨ। ਤਿੰਨ ਪ੍ਰਕਾਰ ਦੇ ਸਰੋਤੇ ਹੁੰਦੇ ਨੇ। ਇੱਕ ਤਾਂ ਹੁੰਦੇ ਮੇਰੇ ਵਰਗੇ ਉਂਘ, ਬਹਿੰਦਿਆਂ ਸਾਰੀ ਉਂਘਲਾਟੇ ਮਾਰਨ ਲੱਗ ਪੈਣਾ, ਗੋਡਿਆਂ 'ਚ ਸਿਰ ਦੇ ਕੇ ਸੌਂ ਜਾਣਾ। ਇੱਕ ਹੁੰਦੇ ਨੇ ਸੁੰਘੇ, ਸੁੰਘਣਾ ਵੀ ਕੱਪੜੇ ਕਿਸੇ ਦੇ ਖੇਤਰਾਂ ਦੇ ਪਾਏ ਨੇ, ਉਹੀ ਬੋਲਦਾ ਕੋਈ ਕਿਵੇਂ ਹੈ, ਕਦੋਂ ਆਇਆ, ਕਦੋਂ ਜਾ ਰਿਹਾ, ਇਉਂ ਸੁੰਘਦੇ ਨੇ। ਇੱਕ ਹੁੰਦੇ ਨੇ ਚੁੰਘੇ। ਸੋ ਜਿਵੇਂ ਬੱਚਾ ਦੁੱਧ ਚੁੰਘਦਾ ਇਸ ਤਰ੍ਹਾਂ ਉਹ ਨਾਮ ਦਾ ਰਸ ਲੈਂਦੇ ਹਨ। ਇਉਂ ਜਿਨ੍ਹਾਂ ਦੀ ਜਿਹੜੀ ਜ਼ਬਾਨ ਹੈ ਉਹ ਚੁੰਘਣ ਵਾਲੀ ਬਣੀ ਹੋਈ ਹੈ। ਰਤੀ ਲਾਲ ਲਵਾਏ। ਅਤੇ ਲਾਲ ਪਿਆਰੇ ਹਰੀ ਦੇ ਜਸ ਲਵਾਏ ਉਚਾਰਨ ਵਿੱਚ ਜਾਂ ਪ੍ਰੇਮ ਦੇ ਵਿੱਚ ਰਤੀ ਰੰਗੀ ਹੋਈ ਹੈ। ਅੰਦਰ ਮੁਸਕਲ ਚਕੁਲਿਆ। ਮੁਸਕ ਨਾਮ ਹੈ ਭਗਤੀ ਦੀ ਸੁਗੰਧੀ ਦਾ, ਜਿਸ ਦਾ ਅੰਦਰ ਹਿਰਦਾ ਪਰਮੇਸ਼ਰ ਦੀ ਭਗਤੀ ਰੂਪ ਸੁਗੰਧੀ ਕਰਕੇ ਝਕੋਲਿਆ ਸੁਗੰਧਿਤ ਕੀਤਾ ਗਿਆ ਹੈ। ਕੀਮਤ ਕਹੀਂ ਨਾ ਜਾਏ। ਉਸ ਦੀ ਸੁਰਤੀ ਵਾਹਿਗੁਰੂ ਦੇ ਸਰੂਪ ਚ ਲੀਨ ਹੁੰਦੀ ਹੈ। ਉਸ ਪੁਰਖ ਦੀ ਵਾਹਿਗੁਰੂ ਦੇ ਸਰੂਪ ਚ ਭੇਤ ਅਰਬ ਕੀਮਤ ਵੀ ਕਹੀ ਨਹੀਂ ਜਾ ਸਕਦੀ। ਪੌੜੀ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ। ਐਸਾ ਜੁਗ ਮਹਿ ਨਾਮ ਨਿਧਾਨ ਹੈ। ਇਹ ਭਾਈ ਇਸ ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਦਾ ਨਾਮ ਹੀ ਵੱਡਾ ਖਜ਼ਾਨਾ ਹੈ। ਨਾਮੋ ਨਾਲ ਚੱਲੈ। ਪਰਮੇਸ਼ਰ ਦਾ ਨਾਮ ਹੀ ਪਰਲੋਕ ਵਿੱਚ ਸਹਾਈ ਹੋ ਕੇ ਜੀਵ ਦੇ ਨਾਲ ਚੱਲਦਾ ਹੈ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ।
जह मुस्कुर होवे अत भारी, हर को नाम खिन माही उधारी। अनक पुनः चरण करत नहीं तरह, पुनः चरण नाम है यतन करन दा। अनेकां यतन करन दे बावजूद भी इंसान तर नहीं सकता, जो मर्जी कर लवे। हर का नाम कोट पाप पर हरे, हरि वाहिगुरु परमात्मा दा नाम करोड़ा ही पापां नूं नाश करन दे समर्थ है। जेह मार के गणे जाहे न कोसा, हर का नाम उहा संग तोसा। जेह पैडे महाअंध गुबारा, हर का नाम संग उजियारा। जहाँ पंथ तेरा को ना सिंजानो, हर का नाम तह नाल पछानो। जह महाभयान तपत बहु काम, तह हर के नाम की तुम ऊपर शाम। जहाँ त्रिखा मन तुझ या करख, तह नानक हर हर अमृत बरख। भगत जना की बर्तन नाम, संत जना के मन विश्राम। उच्चारण करो जी सतनाम श्री वाहिगुरु। नाम की है गुरु की बाणी, गुरु की बाणी की है वाहिगुरु नाम। क्योंकि गुरबाणी विच वाहिगुरु 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 वाहे जियो वाहिगुरु नाम लिखिया होया। ते नाम जिहड़ा है वो गुरु ग्रंथ साहिब च दर्ज है, इसलिए तुरकी बाणी रूप है। कलगीधर दशमेश पिता श्री गुरु गोबिंद सिंह साहिब जी महाराज ने ये शिक्षा बख्शी, एक लॉजिक दिता उदाहरण दे के। अज श्री गुरु ग्रंथ साहिब जी महाराज जी का जो तुरकी बाणी आई, तिन सगली चिंत मिटाई, इनू संपादित करके पोथी परमेश्वर का थान, पहला नाम सी पोथी साहिब। जद गुरु ग्रंथ साहिब नाम दिता, ਸਰੂਪ ਤਿਆਰ ਕੀਤਾ, ਤਾਂ ਅੱਜ ਪਹਿਲੇ ਦਿਨ ਭਾਦਰੋਂ ਸੁਦੀ ਏਕਮ ਵਾਲੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕੀਤਾ। ਸਰਬੱਤ ਦੇ ਭਲੇ ਵਾਸਤੇ, ਸਰਬ ਜੀਆਂ ਦੀ ਮੁਕਤੀ ਵਾਸਤੇ ਬਖਸ਼ਿਸ਼ ਕੀਤੀ ਸਾਨੂੰ ਕਿ ਜਿਹੜੀ ਗੁਰਬਾਣੀ ਹੈ ਇਹਦੇ ਵਿੱਚ ਕੋਈ ਵੀ ਰਲਾ ਮਿਲਾ ਨਾ ਕਰ ਸਕੇ, ਸੱਚੀ ਬਾਣੀ ਨੂੰ ਇਕੱਤਰ ਕੀਤਾ। कलगीधर महाराज ने एक बार नारद मुनि आया, उन्हें अनल पंछी दे खंभ पेटा किए, हमायूं पंछी भी कहते हैं। गुरसिखा ने सवाल किया, जी ये किहड़ा महात्मा सी, बड़ा उज्जल चेहरा, ते खंभ किहड़े लैके आया जी, इन्हां 'च की गुण है? सतगुरु जी कहते जिहड़ा महात्मा है ये नारद मुनि सीगा, गुरुद्वारे संगत के दर्शन करन आया सी। ये जिहड़े खंभ ने ये आम खंभ नहीं हैं, ये हमायूं पंछी दे, अनल पंछी दे खंभ हैं। जिहड़ा अनल पंछी है, हमायूं पंछी है, प्रिंसीपल सतबीर सिंह ने इनू कनकूस भी लिखिया। कनकूस भी कई कहते, फीनक्स भी इहदा नाम है। ये कहते धरती की ग्रैविटी शक्ति तो, गुरुता शक्ति तो उपर आकाश में रहिंदा है, आकाश में ही उड़दा रहिंदा, उत्थे ही आंडे दिंदा। इन्ना उच्चा उड़दा है कि उहदे आंडे हेठ आउण तो पहलां ही विचों बच्चे निकल के उहदे नाल रल जांदे। और उहदे खंभां विच ये ताकत है कि जिस नाल खंभ लग जाण उहनूं अनल पंछी दे देश ही लै जांदे ने। इंज महाराज ने वो खंभा नूं तीरां दे नाल जड़ के जद छड्डिया, आख्या तीर चुक के लियाओ, तां वो जिहड़े तीर सी आकाश विच ही चढ़ गए। सतगुरु महाराज कहंदे पता लगा कुछ? कहंदे समझ नहीं आई। पातशाह कहंदे जिवें खंभ साडे तीरां नूं अनल पंछी दे देश लै गए ने, इस तरह जिहड़ी तुरकी बाणी है, दुख रोग संताप उतरे, सुनी सच्ची बाणी। जे तुसी जिंदगी के दौरान बाणी पढ़ोगे, रोज़ नितनेम करोगे, कथा कीर्तन सुनोगे,
ਤਾਂ ਤੁਹਾਡੇ ਦੁੱਖ ਰੋਗ ਕਲੇਸ਼ ਉਤਰ ਜਾਣਗੇ, ਤੁਹਾਡਾ ਮਨ ਸੁਖੀ ਹੋਏਗਾ, ਤੁਹਾਡੇ ਬਾਲ ਬੱਚੇ ਨੂੰ ਸੁਖ ਸ਼ਾਂਤੀ ਮਿਲੇਗੀ, ਤੁਹਾਡਾ ਮਨ ਧੀਰਜ ਸ਼ਾਂਤੀ ਨੂੰ ਗ੍ਰਹਿਣ ਕਰੇਗਾ। ਸ਼ਬਦ ਸਾਧ ਸਿੱਧਾਂ ਵਿੱਚ ਆਈ। ਜਿਹੜਾ ਬੰਦਾ ਲੜਾਕੂ ਹੋਵੇ ਉਹ ਜਪਜੀ ਸਾਹਿਬ ਦੇ ਪਾਠ ਕਰੇ, ਵੱਧ ਤੋਂ ਵੱਧ ਲੜਾਕੂ ਬਣਾ ਖਤਮ ਹੋ ਜਾਂਦਾ। ਚੰਗਾ ਭਲਾ ਭਲਾ ਮਾਨਸ ਬੰਦਾ ਜੇ ਉੱਠ ਕੇ ਨਹਾਓਗੇ ਨਹੀਂ, ਨਿਤਨੇਮ ਨਹੀਂ ਕਰੋਗੇ, ਆਪਦੇ ਆਪ 'ਤੇ ਹੀ ਗੁੱਸਾ ਚੜੀ ਜਾਊਗਾ। ਬੰਦਾ ਭੋਜਨ ਦੀ ਥਾਲੀ ਵਗਾਹ ਮਾਰੂਗਾ, ਇਹ 'ਚ ਲੂਣ ਘੱਟ ਹੈ ਜੀ, ਇਹ 'ਚ ਮਿਰਚਾਂ ਜ਼ਿਆਦੀਆਂ ਨੇ ਜੀ, ਆਹ ਕੱਪੜੇ ਧੋਤੇ ਕਿਉਂ ਨਹੀਂ ਜੀ, ਆਹ ਜੁੱਤੀ ਪਾਲਿਸ਼ ਕਿਉਂ ਨਹੀਂ ਕੀਤੀ। ਮਤਲਬ ਕਹਿਣ ਦਾ ਵੀ ਆਪਣੇ ਆਪ ਜੀ ਖਿਜੀ ਜਾਊਗਾ। ਤਾਂ ਜੇ ਆਪਾਂ ਨਿਤਨੇਮ ਕਰਾਂਗੇ, ਗੁਰੂ ਘਰ ਆਵਾਂਗੇ, ਮਨ ਸ਼ਾਂਤ ਰਹੂਗਾ, ਕਲੇ ਕਲੇਸ਼ ਜਿਹੜੇ ਮਨ ਦੇ ਵਿੱਚ ਚੱਲ ਰਹੇ ਨੇ ਉਹ ਖਤਮ ਹੋ ਜਾਣਗੇ। ਅਤੇ ਮਰਨ ਤੋਂ ਬਾਅਦ ਬਾਣੀ ਸਾਡੇ ਨਾਲ ਜਾਏਗੀ। ਜਿਹੜਾ ਗੁਰੂ ਰੂਪੀ ਕਾਰੀਗਰ ਦੇ ਕੋਲ ਆ ਕੇ ਸਤ ਸੰਗਤ ਰੂਪੀ ਇਹ ਵਰਕਸ਼ਾਪ ਦੇ ਵਿੱਚ ਪ੍ਰੇਮ ਦੀ ਜੜਤੀ ਦੇ ਦੁਆਰਾ ਤਪ ਦਾ ਜਿਹੜਾ ਸੇਕ ਹੈ ਉਹ ਲਾ ਕੇ, ਸੋ ਇਹ ਮਨ ਰੂਪੀ ਤੀਰ ਨੂੰ ਮਹਾਰਾਜ ਦੇ ਸ਼ਬਦ ਰੂਪੀ ਖੰਭ ਲਾਏਗਾ, ਗੁਰਬਾਣੀ ਰੂਪੀ ਖੰਭ ਲਾਏਗਾ। ਜਿਹੜੀ ਗੁਰਬਾਣੀ ਦਾ ਇਹ ਗੁਣ ਹੈ ਕਿ ਧੁਰ ਕੀ ਬਾਣੀ ਆਈ, ਜਿੱਥੋਂ ਧੁਰ ਦਰਗਾਹ ਤੋਂ ਆਈ ਹੈ, ਆਪ ਦੇ ਨਾਲ ਜੀਵਾਤਮਾ ਨੂੰ ਉੱਥੇ ਹੀ ਲੈ ਜਾਏਗੀ। ਇਸ ਲਈ ਅੰਮ੍ਰਿਤ ਛਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਬਾਣੀ ਦੇ ਨਿਤਨੇਮੀ ਹੋਵੋ। ਇਹ ਸਾਡੇ ਗੁਰਾਂ ਦੀ ਆਗਿਆ ਹੈ। ਇਹ ਕਲਯੁਗ ਦੇ ਵਿੱਚ ਨਾਮ ਹੀ ਸਭ ਤੋਂ ਵੱਡਾ ਖਜ਼ਾਨਾ ਹੈ। ਜਿਹੜੀ ਮਾਇਆ ਹੈ, ਮਾਇਆ ਦੇ ਨਾਲ ਘਾਟਾ ਪੈਂਦਾ। ਇੱਕਦਮ ਦਾ ਬੰਦਾ ਖੁਸ਼ ਹੋ ਜਾਂਦਾ ਕਿ ਮੈਨੂੰ ਬਹੁਤੀ ਮਿਲੀ ਹੈ, ਪਰ ਜਦੋਂ ਜਾਂਦੀ ਹੈ ਪਹਿਲਾਂ ਵੀ ਭਲੇੜ ਕੇ ਨਾਲ ਲੈ ਜਾਂਦੀ, ਕੁਛ ਨਹੀਂ ਬੱਲੇ ਰੱਖਦੀ। ਇਸ ਵਾਸਤੇ ਨਾਮੋ ਨਾਲ ਚੱਲਿਆ। ਮਰਨ ਤੋਂ ਬਾਅਦ ਤਾਂ ਬੜਾ ਨਾਮ ਹੀ ਨਾਲ ਚੱਲਦਾ, ਨਾ ਕੋਈ ਲੈ ਕੇ ਆਇਆ ਤੇ ਨਾ ਕੋਈ ਲੈ ਕੇ ਜਾਏਗਾ। ਇਹੋ ਅਖੋਟਾ ਕਦੇ ਨਾਨਕ ਖੁਟਾਈ, ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੋਕੇ। ਪਿਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੋਟ ਅਤੋਲ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇਹ ਸਾਰੰਗ ਰਾਗ ਵਾਲਾ ਹੁਕਮਨਾਮਾ ਸਾਹਿਬ ਉਸ ਵਕਤ ਆਇਆ ਗੁਰਦੁਆਰਾ 68 ਘਾਟ 'ਤੇ, ਜਦ ਪੋਥੀ ਸਾਹਿਬ ਨੂੰ ਪ੍ਰਕਾਸ਼ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਵਾਰ ਬਾਬੀ ਸਿੱਖਾਂ ਨੇ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਬੈਠੇ ਸੁਣ ਰਹੇ ਸੀ। ਮਹਾਰਾਜ ਨੇ ਟੋਕ ਦਿੱਤਾ, ਆਖਿਆ ਸਿੱਖੋ, ਕੱਚੀ ਬਾਣੀ ਛੱਡ ਕੇ ਸੱਚੀ ਬਾਣੀ ਦਾ ਕੀਰਤਨ ਸੁਣਾਓ। ਸਿੱਖ ਘਬਰਾ ਗਏ, ਸੁਣਨ ਵਾਲੇ ਵੀ ਦੁਬਿਧਾ 'ਚ ਪੈ ਗਏ ਕਿ ਹੁਣ ਪਤਾ ਕਿਵੇਂ ਲੱਗੇ ਸੱਚੀ ਬਾਣੀ ਕਿਹੜੀ ਤੇ ਕੱਚੀ ਕਿਹੜੀ ਹੈ। ਕਿਉਂਕਿ ਨਾਨਕ ਨਾਮ ਦਾ ਪ੍ਰਿਥੀਏ ਦਾ ਮੁੰਡਾ ਮਿਹਰਬਾਨ ਵੀ ਲਿਖਣ ਲੱਗ ਪਿਆ ਸੀਗਾ। ਜਿਵੇਂ ਹੋਰ ਵੀ ਕਈ ਕਵਿਤਾਵਾਂ ਮਸ਼ਹੂਰ ਨੇ ਜਿਨ੍ਹਾਂ 'ਚ ਗੁਰੂ ਨਾਨਕ ਸਾਹਿਬ ਦਾ ਨਾਮ ਆਉਂਦਾ। ਕਲਰ ਕੀ ਬਣ ਜਾ ਰਹੀਆਂ ਝੂੰਗੇ ਮੁਸਕ ਮੰਗੇਨ, ਇਹਦੇ ਵਿੱਚ ਵੀ ਨਾਨਕ ਨਾਮ ਆਉਂਦਾ ਹੈ, ਪਰ ਹੈ ਇਹ ਕਵਿਤਾ ਹੈ ਜਾਂ ਇਤਿਹਾਸਕ ਬਚਨ ਹੈ, ਸੱਚੀ ਬਾਣੀ ਨਹੀਂ ਹੈ। ਇਸੇ ਤਰ੍ਹਾਂ ਆਪ ਦਿਆ ਸੋ ਦੁੱਧ ਬਰਾਬਰ, ਮੰਗ ਲਿਆ ਸੋ ਪਾਣੀ, ਖੋਹ ਲਿਆ ਸੋ ਰਖ ਦੋ ਬਰਾਬਰ, ਕਹੋ ਨਾਨਕ ਨਿਰਬਾਣੀ। ਨਾਨਕ ਨਾਮ ਦਾ ਆਇਆ ਪਰ ਹੈ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਥੋੜੋ, ਧੁਰ ਕੀ ਬਾਣੀ ਨਹੀਂ ਹੈ। ਤਾਂ ਸਮਾਪਤੀ ਤੋਂ ਬਾਅਦ ਸੰਗਤਾਂ ਨੇ ਬਾਬਾ ਬੁੱਢੇ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਨੂੰ ਬੇਨਤੀ ਕਰੋ। ਬਾਬਾ ਬੁੱਢਾ ਜੀ ਨੇ ਗਲ 'ਚ ਪੱਲਾ ਪਾ ਕੇ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕੋਈ ਐਸਾ ਪ੍ਰਬੰਧ ਕਰੋ ਕਿ ਸੱਚੀ ਜੋ ਧੁਰ ਕੀ ਬਾਣੀਆਂ ਨੂੰ ਇੱਕ ਜਗ੍ਹਾ ਇਕੱਤਰ ਕਰੋ, ਤਾਂ ਕਿ ਸਾਨੂੰ ਪਤਾ ਚੱਲ ਸਕੇ। ਆਮ ਇਨਸਾਨ ਪਹਿਚਾਨ ਨਹੀਂ ਸਕਦਾ। ਬੜੇ ਲੋਕ ਮਹਾਰਾਜ ਦਾ ਨਾਮ ਵਰਤਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਵੀ ਪੋਥੀਆਂ ਸਾਹਿਬ ਤਾਂ ਗੋਇੰਦਵਾਲ ਸਾਹਿਬ ਪਈਆਂ ਹੋਈਆਂ ਨੇ। ਤਾਂ ਉਸ ਵਕਤ ਭਾਈ ਗੁਰਦਾਸ ਜੀ ਉੱਠ ਕੇ ਖੜ੍ਹੇ ਹੋਏ, ਕਹਿੰਦੇ ਮੈਂ ਲੈ ਕੇ ਆਉਂਦਾ। ਗੁਰੂ ਸਾਹਿਬ ਨੇ ਨਹੀਂ ਆਖਿਆ ਤੁਸੀਂ ਲੈ ਕੇ ਆਓ। ਮਹਾਰਾਜ ਕਹਿੰਦੇ ਤੁਹਾਡਾ ਖੁਸ਼ ਆ ਜੀ, ਪਰ ਮਹਾਰਾਜ ਨੂੰ ਪਤਾ ਸੀ ਵੀ ਬਾਬੇ ਮੋਹਨ ਨੇ ਦੇਣੀਆਂ ਨਹੀਂ। ਆਪਦੀ ਮਰਜ਼ੀ ਨਾਲ ਭਾਈ ਸਾਹਿਬ ਗਏ, ਬਾਬੇ ਮੋਹਨ ਦੀ ਸਮਾਧੀ ਨਹੀਂ ਖੋਲ੍ਹ ਸਕੇ। ਫਿਰ ਜਦੋਂ ਭਾਈ ਸਾਹਿਬ ਖਾਲੀ ਆ ਗਏ, ਬਾਬਾ ਬੁੱਢਾ ਜੀ ਨੇ ਆਪਦੀ ਮਰਜ਼ੀ ਨਾਲ ਆਖਿਆ ਮਹਾਰਾਜ ਮੈਂ ਜਾਵਾਂ। ਮਹਾਰਾਜ ਕਹਿੰਦੇ ਤੁਹਾਡਾ ਖੁਸ਼ ਆ ਜੀ,
गुरु साहब ने नहीं आख्या भी तुसीं जाओ। बाबा बुढ़ा साहब की आपदी मर्जी नाल गए। महाराज नूं पता सी भी पोथियां साहब इन्हां नूं भी प्राप्त नहीं होणियां, क्योंकि श्री गुरु अमरदास जी ने हुक्म किया सी भी बाबा जी गुरु साहब खुद आप आउणगे तां पोथियां देणियां ने। तो उस वक्त बाबा जी ने समाधि खोलनी चाहिए, बाबा मोहन जी उठे ना। आखिर बाबा जी च जोर बड़ा सीगा, उन्हें जट्टां वाला काम किया, चगाट ही पुट ली, उहदियां चूथियां कंध दे विचों खेड़ लईयां। जद खड़का आया तो बाबा मोरी भज्जा आया, कहंदे बाबा जी इस तरह ना करो, ये कमले का कोई पता नहीं, जे अखां खोल के ते तुहानूं पता नहीं किहड़े मूँह बोले ते तुहाडी बेदबी कर दे, तुसीं महापुरख हो, इत्थों चले जाओ, ये बला है, इहनूं गल ना पाओ, ये बड़ा क्रोधी है, इहनूं बैठा रहन दिओ। इउं बाबा जी खाली हथ वापस आए। फिर सतगुरु अर्जन देव जी खुद आप गए नंगे चरनी, बिना किसी कपड़े विछाए तो मोहन तेरे उचे मंदिर महल अपारा शब्दोच्चारण किया। बाबा मोहन जी गुस्से विच भरिया पीता उठ के बाहर नूं आया, उपर चबारे चों बारी थानी थां वेखिया ते गुरु जी नूं वध घट बोलण लग पिया, क्योंकि उहदा हक सीगा। वो महाराज सच्चे पातशाह जी का मामा लगदा सीगा बाबा मोहन, गुरु अमरदास जी का सपुत्र जू होया, ते बीबी भानी जी भी महाराज की सपुत्री सीगी। तो इंज बाबा मोहन जी वध घट बोलते रहे कि आ गए हुण, पहला सब कुछ वलेट के लै गए ते हुण जिहड़ा कोई साडे कोल वड्डियां दा पिया तुसीं ओह भी लैण आ गए हो। बड़ा कुछ बोलिया महाराज ने, कुछ नहीं बोलिया। सुलह सफाई करनी होवे ते बोली दा नहीं। पोथियां लैण आए सी, एक मिनट च जे क्रोध कर लेंदे ते उन्हें जवाब दे देना सीगा, काम विगड़ जाना सी। परोपकार किवें हुंदा, ये निमरता दे नाल जिहड़ा काम नहीं भी होना वो भी हो जाता। सतगुरु अर्जन देव जी महाराज चुपचाप रहे, बड़ी निमरता विच शब्द नूं उचारदे रहे, कीर्तन करते रहे। आखिर बाबा मोहन जी पोथियां साहब लैके अपने आप बाहर आ गए। गुरु साहब के पैरीं हथ लाया, पोथियां साहब दित्तियां। गुरु साहब जी पालकी दे विच पोथियां साहब स्थापन करके 68 घाट ते लैके आए ते सारी रात कीर्तन हुंदा रहा। महाराज आप गुरुद्वारा गुरु के महलों विखे चले गए ते अमृत वेले उठ के इशनान करके जद आए ते आख्या बाबा जी पोथी साहब का प्रकाश करो। तो पोथी खोल के ये हुक्मनामा आया सी, रतन लाल जाका कशु ना मोल, भरे भंडार अखूट अतोल, खावे खर्चे रल मिल पाई, तोड़ ना आवे वध हो जाई। ये नाम का खजाना गुरु ग्रंथ साहब जी मुकण तो रहत है, जो कदे भी मुकदा नहीं है। खाए खर्चे पल्ला, भावें इस नाम के खजाने नूं कोई आप खावे जपे जां खर्च ना करे, दूजियां नूं जपावे, भावें कोई इस नाम नूं अपनी बुद्धि रू पल्ले नाल बन लवे तां भी मुकेगा नहीं। हर जन नेड़े ना आवे, हरि दे जन दे नेड़े नहीं आउंदे। जम कंकर जम कल्ला, कंकर दी तरह अख नूं मन बुध रूप नेत्रां नूं दुख देण वाले यमराज, धर्मराजे दे दूत, काल करन वाला जम आप ते ओहदे दास हरि परमेश्वर दे दासां दे नेड़े तक नहीं फटकदे। सा सचे बन जारिया, मनुख सच्चे शाहूकार तत बेते हन ਅਤੇ ਉਹ ਜਗਿਆਸੂਆਂ ਨੂੰ ਬਣ ਜਾ ਰਹੇ ਆ ਮਨਜ ਕਰਨ ਵਾਲਿਆਂ ਨੂੰ। ਜਨ ਹਰ ਤਨ ਬੱਲਾ, ਸੋ ਜਿਨ੍ਹਾਂ ਦੇ ਹਿਰਦੇ ਰੂ ਪੱਲੇ 'ਚ ਹਰੀ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਉਹ ਧਨਤਾ ਦੇ ਯੋਗ ਨੇ। ਧਨਵੰਤ ਨਾਮ ਕੇ ਬਣ ਜਾ ਰਹੇ, किन ही बन जिया कांसी तांबा, किन ही लौंग सुपारी, संतो बन जिया नाम गोविंद का, ऐसी खेप हमारी। हर के नाम के व्यापारी, वो धनता दे योग ने, जेड़े सच व्यापार करो व्यापारी, दरगाह निभै खेप तुम्हारी, नाम दे व्यापारी ने। हर कृपा ते हर पाईया, हरि परमेश्वर दी कृपा मेहर तो ही
उस समय हरि परमेश्वर पाईदा है। जहाँ बहर कल्ला जद हरि परमेश्वर आप गुरां दी शरण विच घल्लदा है। इत्थे शब्द संपूर्ण होया है जी। भुल्लां चुका खिमा करनियां, अगे तो समत बख्शनी। धन धन सतगुरु श्री गुरु ग्रंथ साहिब जी दसां पातशाहियां दी आत्मक जोत, जिन्हां दा अज दे दिन यानी भादरों सुदी एकम वाले दिन श्री गुरु अर्जन देव जी महाराज ने सचखंड श्री हरमंदर साहिब संमत 1661 विक्रमी नूं बाबा बुढ़ा साहिब जी नूं हैड ग्रंथी साहिब अस्थापन करके पहली बार प्रकाश किया। ते सोही महला पंजवा संतां के कारज आप खलोया। हर कम करामण आया राम, तरत सुहावी ताल सुहावा। विच अमृत जल छाया राम, अमृत जल छाया। पूर्ण साज कराया, सगल मनोरथ पूरे। जय जयकार भया जगयंतर, लाथे सगल विसूरे। पूर्ण पुरख अचुत अविनाशी, जस वेद पुराणी गाया। अपना बिरद रखिया परमेश्वर, नानक नाम ते आया। ये श्री मुखवाक आया। संगतां ने सरवण करके आनंद प्राप्त किया। हरमंदर साहिब दी कंध दे उपर जांदियां सारी खब्बे हथ ये हुक्मनामा साहिब उकरिया होया है। सो अज महाराज दे पहले प्रकाश दी आप समूह संगतां नूं गुरुद्वारा सिंह शहीदां वल्लों लख लख बधाई होवे। सारी दिहाड़ी दीवान सजेगा। समय समय अनुसार हाज़री भर के आपने लाहा प्राप्त करना। आओ हुण अमृत वेले दी हाज़री अरदास वे जोड़िए जी। भुल्लां चुका खिमा करो, अगे तो समत बख्शो। सेसा सचे बन जा रिया, जिन हर तन पल्ला। हर किरपा ते हर पाईया, जाया बहर कल्ला। वाहिगुरु जी का खालसा,